वाहेगुरु जी का खालसा वाहेगुरु जी की फतेह। सतगुरां दी सुभागी गोद विच बड़े ही सत्कार सहित शाम दे दीवाना विच आप जी जुड़ बैठे हो। सतगुरां दी किरपा दे नाल ये कीमती घड़ियां प्राप्त हुईयां ने। गुरु प्रेम विच भिज के इन्हां नूं सफलियां बनाइए। चल रहे पावन प्रसंगां विचों आप जी ने सरवण कीता सी। गुरु नानक साहब सच्चे पातशाह जी दे पावन इतिहास जो महाकवि भाई संतोख सिंह जी लिखते और सुना रहे ने। सुनने वाले गुरसिखां ने कुछ शंके जाहिर किए भी आप जी जो इतिहास सुना रहे हो ये किसी भी जन्म साखी नाल मैच नहीं करता। शंके यथार्थ सी, जायज़ सी। कवि जी ने बड़े सोहने प्रमाण समुंदर दे मंथन तो लैके देवते अते राक्षसां दे विच विचकार दी जिहड़ी विधि विधान सी वो प्रमाण दे दे के सतगुरां दी इस पावन कथा दी महिमा नूं दर्शाया है। उन्हां गुरसिखां दा बड़ा सत्कार कीता है जिन्हां ने बड़ी भावना सहित सुन के जानण लई शंका कीता। कविराज भाई संतोख सिंह जी ने बड़ी इज्जत बड़ा मान उन्हां नूं बख्शिया है जिन्हां ने जानण दी इच्छा दे लईए बहुत वड्डा सवाल कीता है। सवाल करना एक जागदे मनुख दी निशानी है। सुता बंदा ते सत बचन करता रहिंदा है। इन्हां सारे प्रकरणां नूं आप जी ने विस्तार सहित सरवण कीता है। आओ कुछ समा सांझ पाइए। इतिहास सुनन तो पहला इन्हां प्रसंगां नूं सुनना बहुत जरूरी है। बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सूरज हेर कमल बिगसावै खाद्यो तह ते क्यों हर खावे। चूड़ामण कवि भाई संतोख सिंह जिन्हां दे जीवन विच ये सुभाग मिले है दसे सतगुरां दी पावन कथा नूं लिखण दा। ये कोई छोटी गल नहीं है। पता नहीं किन्नियां जन्मां दी भगती होनी जिन्हां ने सतगुरां दी ऐसी अलौकिक अमृत कथा नूं लिखिया ये तरतीब दे के। आखदे ने सिखो मैनू इस गल की खुशी है भी मेरे सुनने वाले स्रोते जागरूक ने, जागदे आ। की कारण है? भाई संतोख सिंह दा लिखिया इतिहास किसी जन्म साखी नाल नहीं मैच करता। यही तो सवाल गुरसिख कर रहे ने सुनने वाले। तुसी भी बड़ियां जन्म साखियां पढ़ियां होनियां पर जो गुरप्रताप सूरज ग्रंथ नानक प्रकाश विच सुनोगे वो तुहानू किते भी नहीं मिलना।
ਅੱਜ ਜਿੰਨੇ ਵੀ ਸਿੱਖ ਕੌਮ ਦੇ ਇਤਿਹਾਸਕ ਗੁਰਦੁਆਰੇ ਨੇ, ਕੋਈ ਵੀ ਹੋਵੇ, ਜਿੰਨੇ ਵੀ ਗੁਰਧਾਮ ਨੇ, ਉਹ ਭਾਵੇਂ ਪਾਕਿਸਤਾਨ ਵਿੱਚ ਹੋਣ ਜਾਂ ਇਸ ਭਾਰਤ ਵਿੱਚ ਹੋਣ, ਜਿੱਥੇ ਵੀ ਕੋਈ ਇਤਿਹਾਸ ਪ੍ਰਗਟ ਹੁੰਦਾ ਹੈ, ਇਤਿਹਾਸ ਲਿਖਿਆ ਜਾਂਦਾ ਹੈ, ਉੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਪ੍ਰਮਾਣ ਤੇ ਪੰਕਤੀਆਂ ਲਿਖੀਆਂ ਜਾਂਦੀਆਂ ਨੇ। ਬੇਸ਼ੱਕ ਫਤਿਹਗੜ੍ਹ ਸਾਹਿਬ ਹੋਵੇ, ਚਮਕੌਰ ਸਾਹਿਬ ਦੀ ਧਰਤੀ ਹੈ, ਆਨੰਦਪੁਰ ਸਾਹਿਬ ਹੈ, ਜਾਂ ਦੀਨਾ ਕਾਂਗੜ, ਜਫਰਨਾਮਾ, ਮੁਕਤਸਰ ਦੀ ਪਾਵਨ ਧਰਤੀ, ਜਿੰਨੇ ਇਤਿਹਾਸਕ ਅਸਥਾਨ ਪ੍ਰਗਟ ਹੋਏ, ਜਿੰਨੇ ਜਿੰਨੇ ਇਤਿਹਾਸ ਲਿਖੇ ਨੇ, ਸਭ ਇੱਥੋਂ ਹੀ ਪੰਕਤੀਆਂ ਲੈਂਦੇ ਆ। ਕੌਮ ਦੇ ਵਿੱਚ ਜਿੰਨੇ ਪੁਰਾਤਨ ਕਥਾਵਾਚਕ ਹੋਏ ਤੇ ਜਿੰਨੇ ਹੋਣਗੇ, ਜਦ ਵੀ ਗੁਰੂ ਸਾਹਿਬਾਂ ਦੇ ਪਾਵਨ ਜੀਵਨ ਦੀ ਕਿਤੇ ਵਾਰਤਾ ਚੱਲੇਗੀ, ਗੁਰ ਇਤਿਹਾਸ ਦੇ ਵਿੱਚੋਂ ਲਏ ਹੋਏ ਪ੍ਰਮਾਣ, ਐਗਜ਼ਾਮਪਲ, ਉਹੀ ਸਿੱਧ ਮੰਨੇ ਜਾਂਦੇ ਨੇ ਵੀ ਪੰਥਕ ਨੇ। ਕਵੀ ਜੀ ਆਖਣ ਲੱਗੇ, ਕਹਿੰਦੇ ਸੂਰਜ ਚੜ੍ਹਦਾ ਹੈ, ਕਵਲ ਦਾ ਫੁੱਲ ਖਿੜ ਜਾਂਦਾ ਹੈ। ਕਵਲ ਦੀ ਪ੍ਰੀਤੀ ਸੂਰਜ ਦੇ ਨਾਲ ਹੈ, ਤੇ ਜਦੋਂ ਰਾਤ ਵੇਲੇ ਚੰਦ ਚੜ੍ਹਦਾ ਨਾ, ਚੰਦ ਦੀ ਪ੍ਰੀਤ ਕਿਸੇ ਨਾਲ ਨਹੀਂ ਹੈ, ਪਰ ਚੰਦਰਮਾ ਨੂੰ ਪਿਆਰ ਕਰਨ ਵਾਲੀ ਇੱਕ ਚਕੋਰ ਹੈ। ਆਕਾਰ ਵਿੱਚ ਕਾਫੀ ਵੱਡਾ ਪੰਛੀ ਹੈ। ਚਕੋਰਾਂ ਅਕਸਰ ਰਾਤ ਨੂੰ ਉੱਡਦੀਆਂ ਨੇ ਉੱਚੇ ਅਸਮਾਨ ਵੱਲ, ਉਹ ਚੰਦ ਨੂੰ ਪ੍ਰੀਤ ਕਰਦੀਆਂ ਨੇ, ਪਿਆਰ ਕਰਦੀਆਂ ਨੇ। ਭਾਈ ਗੁਰਦਾਸ ਲਿਖਦੇ ਨੇ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਤਾਰ ਤੋਂ ਭਾਵ ਕਹਿੰਦੇ ਟਿਕ ਟਿਕੀ ਲਾ ਕੇ ਚੰਦਰਮਾ ਨੂੰ ਚਕੋਰ ਵੇਖਦੀ ਰਹਿੰਦੀ ਹੈ, ਪਰ ਜੇ ਉਸ ਚਕੋਰ ਨੂੰ ਕੋਈ ਆਖੇ ਵੀ ਅੱਜ ਚੰਦ ਨਹੀਂ ਚੜ੍ਹਿਆ, ਤਾਰੇ ਬੈਠੇ ਆ, ਉਹ ਕਹਿੰਦੀ ਯਾਰੀ ਮੇਰੀ ਚੰਦ ਨਾਲ ਆ, ਮੇਰੇ ਲਈ ਤਾਰੇ ਮਿੱਟੀ ਨੇ, ਆਖੋ ਸਤਨਾਮ, ਮੈਨੂੰ ਤਾਰੇ ਕੀ ਭਾਨ। ਜੇ ਹੁਣ ਵੇਖਿਆ ਜਾਏ, ਤਾਰੇ ਛੋਟੇ ਨਹੀਂ। ਇੱਕ ਇੱਕ ਤਾਰਾ ਜਿਹਦੇ ਵਿੱਚ ਸਾਡੀਆਂ ਕਈ ਧਰਤੀਆਂ ਸਮਾ ਸਕਦੀਆਂ। ਕਿੰਨੇ ਕਿੰਨੇ ਪ੍ਰਕਾਸ਼ ਵਰੇ ਦੂਰ ਨੇ ਅਸਮਾਨ ਵਿੱਚ ਦਿਸਦੇ ਤਾਰੇ, ਜਿਨ੍ਹਾਂ ਨੂੰ ਅਸੀਂ ਇੱਕ ਪਲਕ ਨਾਲ ਵੇਖ ਲੈਂਦੇ ਹਾਂ ਨਾ ਵੀ ਉਹ ਤਾਰਾ ਟਿਮਟਿਮਾਉਂਦਾ ਹੈ। ਅੱਜ ਦੀ ਸਾਇੰਸ ਦੀ ਰਿਸਰਚ ਹੈ, ਇੱਕ ਤਾਰਾ ਜਿਹਨੂੰ ਅਸੀਂ ਵੇਖ ਰਹੇ ਹਾਂ, ਉਹ 4 ਸਾਲ ਪੁਰਾਣੀ ਝਲਕ ਦਿਸ ਰਹੀ ਹੈ, ਪ੍ਰਕਾਸ਼ ਵਰੇ ਦੂਰ ਹੈ। ਹੁਣ ਉਸ ਪ੍ਰਕਾਸ਼ ਦੀ ਲਾਈਟ ਦੀ ਗਤੀ ਕਿੰਨੀ ਹੈ? 1 ਸੈਕਿੰਡ ਦੇ ਵਿੱਚ ਲੱਖਾਂ ਕਿਲੋਮੀਟਰ ਤੈਅ ਕਰ ਰਹੀ ਹੈ। ਹੁਣ ਉਹ ਤਾਰੇ ਜੋ ਅਸਮਾਨ ਵਿੱਚ ਟਿਮਟਿਮਾਉਂਦੇ ਆ, ਉਹ ਫਰੈਸ਼ ਨਹੀਂ ਨੇ। ਪਤਾ ਨਹੀਂ ਕਿੰਨੇ 100 ਸਾਲ ਪੁਰਾਣੇ ਤਾਰੇ ਦੀ ਝਲਕ, ਪੁਰਾਣਾ ਤਾਰਾ ਅਸੀਂ ਹੁਣ ਵੇਖ ਰਹੇ ਹਾਂ, ਭਾਵੇਂ ਹੁਣ ਵੇਖੀਏ, ਉਹ ਫਰੈਸ਼ ਨਹੀਂ ਹੈ, ਤਾਜ਼ਾ ਨਹੀਂ ਹੈ, ਕਿਉਂਕਿ ਲਾਈਟ ਵਰੇ ਦੂਰ ਹੈ, ਪ੍ਰਕਾਸ਼ ਵਰੇ ਦੂਰ ਹੈ। ਕਹਿੰਦੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਤਾਰੇ ਉਸ ਬ੍ਰਹਿਮੰਡ ਵਿੱਚ ਨੇ, ਭਾਵੇਂ ਚੰਦਰਮਾ ਤੋਂ ਵੱਡੇ ਨੇ, ਪਰ ਚਕੋਰ ਦੀ ਪ੍ਰੀਤ ਸਿਰਫ ਚੰਦ ਨਾਲ ਹੈ, ਪਰ ਚੰਦ ਉਹਨੂੰ ਪਿਆਰ ਨਹੀਂ ਕਰਦਾ। ਚੰਦ ਦੀ ਬੇਵਫਾਈ ਕੀ ਹੈ? ਸੂਰਜ ਚੜ੍ਹਦਾ ਹੈ, ਛਿਪ ਜਾਂਦਾ ਹੈ। ਚਕੋਰ ਕੰਧਾਂ ਨਾਲ ਟੱਕਰਾਂ ਮਾਰਦੀ ਹੈ, ਪਹਾੜਾਂ ਪਰਬਤਾਂ ਨਾਲ ਟੱਕਰਾਂ ਮਾਰਦੀ ਹੈ, ਫਿਰ ਵੀ ਆਪਣੇ ਸੱਜਣ ਦੀ ਉਡੀਕ ਕਰਦੀ ਹੈ। ਉਹਨੂੰ ਯਕੀਨ ਹੈ ਚੰਦ ਮੁੜ ਦੁਬਾਰਾ ਚੜ੍ਹ ਜਾਏਗਾ। ਚੰਦ ਚਕੋਰ ਚਿਤਵ ਸੁਖ ਪਾਵੇ, ਉਹ ਤਾਰਨ ਤੇ ਕਿਉਂ ਤ੍ਰਿਪਤਾਵੇ। ਲੱਖਾਂ ਤਾਰਿਆਂ ਦੇ ਚੜਿਆਂ ਤੋਂ ਚਕੋਰ ਕਦੇ ਰੱਜਦੀ ਨਹੀਂ, ਤ੍ਰਿਪਤ ਨਹੀਂ ਹੁੰਦੀ, ਕਿਉਂਕਿ ਉਹਦੇ ਲਈ ਸਿਰਫ ਚੰਦ ਹੀ ਪਿਆਰਾ ਹੈ। ਪ੍ਰਮਾਣ ਦੇ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਾਸਤੇ ਲੱਖਾਂ ਗੁਰੂ ਧਰਤੀ ਤੇ ਬਣ ਜਾਣ, ਪਰ ਸਿੱਖਾਂ ਲਈ ਗੁਰੂ ਨਾਨਕ ਤੋਂ ਵੱਧ ਪਿਆਰਾ ਕੋਈ ਨਹੀਂ, ਆਖੋ ਸਤਨਾਮ। ਇਹ ਇਸ ਪਾਵਨ ਕਥਾ ਦੀ ਮਹਾਨਤਾ ਦੱਸਦੇ ਜਾ ਰਹੇ ਆ ਕਵੀ ਜੀ ਅੱਗੇ, ਵੀ ਇਹ ਕਥਾ ਮੈਚ ਕਿਉਂ ਨਹੀਂ ਕਰਦੀ, ਰਲਦੀ ਕਿਉਂ ਨਹੀਂ? ਕਿਉਂਕਿ ਜਦ ਤੱਕ ਤੁਸੀਂ ਇਹਨਾਂ ਪ੍ਰਸੰਗਾਂ ਨੂੰ ਨਹੀਂ ਸੁਣੋਗੇ, ਜਿਹੜੇ ਅੱਜ ਕੱਲ੍ਹ ਦੇ ਯੂਟਿਊਬਰ ਨੇ ਨਾ, ਜਿੰਨਾ ਤਰਥੱਲੀਆਂ ਮਚਾਈਆਂ ਪਈਆਂ, ਇਤਿਹਾਸ ਗਲਤ ਹੈ, ਬਾਣੀ ਗਲਤ ਹੈ, ਫਲਾਣਾ ਗਲਤ ਹੈ, ਤੇ ਸਾਡੇ ਵਰਗੇ ਲੋਕ ਉਹਨਾਂ ਮਗਰ ਤਾਂ ਲੱਗ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਲਿਖਿਆ ਕੀ ਹੋਇਆ। ਜਦ ਤੱਕ ਸਾਨੂੰ ਸੋਰਸ ਦਾ ਨਹੀਂ ਪਤਾ, ਸਾਨੂੰ ਕੋਈ ਵੀ ਭਰਮਾ ਸਕਦਾ। 15 ਸਾਲ ਕਥਾ ਸੁਣੀ ਚੱਲੋ, ਕਿਸੇ ਨੇ 15 ਮਿੰਟ 'ਚ ਆ ਕੇ ਕਹਿ ਦੇਣਾ ਲੈ ਗੁਰੂ ਨਾਨਕ ਸਾਹਿਬ ਨਾਲ ਤੇ ਭਾਈ ਬਾਲਾ ਹੋਇਆ ਹੀ ਨਹੀਂ। ਬੜੇ ਮਿਲਦੇ ਆ ਜੀ, ਬੜਿਆਂ ਦੇ ਫੋਨ ਆਉਂਦੇ, ਭਾਈ ਸਾਹਿਬ ਤੁਸੀਂ ਭਾਈ ਬਾਲਾ ਜੀ ਦਾ ਜ਼ਿਕਰ ਕਰਦੇ ਹੋ, ਪਰ ਭਾਈ ਬਾਲਾ ਨਾਮ ਦਾ ਤੇ ਸਿੱਖ ਕੋਈ ਨਹੀਂ। ਮੈਂ ਉਹਨਾਂ ਨੇ ਇੱਕੋ ਗੱਲ ਆਖੀ, ਮੈਂ ਕਿਹਾ ਤੁਸੀਂ ਕਹਿੰਦੇ ਸਿੱਖ ਨਹੀਂ,
ਚੱਲ ਪਹਿਲਾਂ ਤੇ ਪਾਕਿਸਤਾਨ ਤੈਨੂੰ ਉਹਦਾ ਘਰ ਵਿਖਾ ਕੇ ਲੈ ਕੇ ਆਵਾਂ, ਖੂਹ ਵਿਖਾ ਕੇ ਲੈ ਕੇ ਆਵਾਂ ਉਹਨਾਂ ਦੇ ਪਿਤਾ ਦੇ ਨਾਂ ਤੇ। ਚੱਲ ਜੇ ਤੂੰ ਨਹੀਂ ਜਾ ਸਕਦਾ ਉੱਥੇ ਮੇਰੇ ਨਾਲ ਖਡੂਰ ਸਾਹਿਬ ਚੱਲ। ਭਾਈ ਬਾਲਾ ਜੀ ਦੀ ਸਮਾਧੀ ਬਣੀ ਹੋਈ ਹੈ, ਅਸਥਾਨ ਬਣਿਆ ਹੋਇਆ ਹੈ, ਜਿੱਥੇ ਉਹਨਾਂ ਨੇ ਅੰਤਮ ਸਮੇਂ ਪ੍ਰਾਣ ਤਿਆਗੇ ਸੀ। ਆ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ। ਪਰ ਇਹ ਗੱਲਾਂ ਕਿਹੜੀਆਂ ਨੇ? ਇਹ ਕੱਚਿਆਂ ਲੋਕਾਂ ਦੀਆਂ ਕੱਚੀਆਂ ਗੱਲਾਂ ਨੇ। ਕਵੀ ਜੀ ਆਖਣ ਲੱਗੇ, ਚੰਦ ਦੇ ਹੁੰਦਿਆਂ ਲੱਖਾਂ ਤਾਰੇ ਵੀ ਚਕੋਰ ਲਈ ਕਿਸੇ ਕੰਮ ਨਹੀਂ। ਦੋਹਰ ਪੂਰਬ ਪੋਥੀ ਜੋ ਲਿਖੇ, ਸ਼੍ਰੀ ਨਾਨਕ ਇਤਿਹਾਸ ਲਿਖਵਾਈ ਅੰਗਦ ਗੁਰੂ, ਬਾਲੇ ਬਦਨ ਪ੍ਰਕਾਸ਼। ਤੇ ਕਵੀ ਜੀ ਆਖਦੇ ਆ, ਕਹਿੰਦੇ ਪੂਰਬ ਪਹਿਲਾ ਜਿਹੜੀ ਪੋਥੀ ਲਿਖੀ ਸੀ ਜਿਹਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ, ਕਹਿੰਦੇ ਉਹ ਲਿਖੀ ਸੀ ਸਿੱਖ ਪੈੜੇ ਨੇ, ਸੁਣਾਈ ਸੀ ਭਾਈ ਬਾਲਾ ਜੀ ਨੇ, ਤੇ ਸੁਣਨ ਵਾਲੇ ਸਰੋਤੇ ਸਨ ਗੁਰੂ ਅੰਗਦ ਦੇ ਪਾਤਸ਼ਾਹ। ਜਨਮ ਸਾਖੀ ਦੇ ਕਾਰਨ ਹਨ ਗੁਰੂ ਅੰਗਦ ਦੇ ਮਹਾਰਾਜ। ਆਪ ਜੀ ਨਿਤ ਸੁਣਦੇ ਹੋ ਸ਼੍ਰੀ ਬਾਲਾ ਸੰਦਰਬਾਜ। ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ, ਗੁਰੂ ਅੰਗਦ ਦੇ ਮਰਜ ਸੁਣ ਰਹੇ ਆ। ਕਵੀ ਜੀ ਦੱਸ ਰਹੇ ਆ ਪੁਰਾਣਾ ਮੁੱਢ, ਕਹਿੰਦੇ ਇਹ ਕਥਾ ਗੁਰੂ ਅੰਗਦ ਦੇ ਮਹਾਰਾਜ ਨੇ ਆਪਣੀ ਹਜ਼ੂਰੀ ਵਿੱਚ ਆਪ ਲਿਖਵਾਈ ਹੈ। ਤੇ ਭਾਈ ਬਾਲਾ ਜੀ ਨੇ ਜੋ ਹੱਡ ਬੀਤੀ ਸੀ, ਜੱਗ ਬੀਤੀ ਸੀ, ਗੁਰੂ ਬਾਬੇ ਨਾਲ ਰਹਿ ਰਹਿ ਕੇ ਸਮਾਂ ਬਤੀਤ ਕੀਤਾ, ਇੱਕ ਇੱਕ ਪਲ ਲਿਖਾਇਆ ਏ। ਚੌਪਈ ਜਬ ਬੈਕੁੰਠ ਅੰਗਦ ਗੁਰ ਗਏ, ਅਮਰਦਾਸ ਗੁਰ ਹੋਵਤ ਭਏ। ਬੜੇ ਸੰਖੇਪ ਵਿੱਚ ਵੇਰਵਾ ਦੱਸਦੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਤੋਂ ਕਈ ਸਾਲ ਬਾਅਦ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਲੱਭਿਆ। ਲੱਭਣ ਤੋਂ ਬਾਅਦ ਜਦੋਂ ਦਰਸ਼ਨ ਕਰਨ ਆਏ ਨੇ, ਸਤਿਗੁਰ ਕਹਿੰਦੇ ਪੁਰਖਾ ਗੁਰੂ ਨਾਨਕ ਬਾਬੇ ਦੀ ਕਥਾ ਸੁਣਾ ਜਾ। ਭਾਵੇਂ ਗੱਦੀ ਤੇ ਬੈਠੇ ਤੇ ਭਾਈ ਬਾਲਾ ਜੀ ਨੇ ਤਨ ਮਨ ਲਾ ਕੇ ਇਸ ਅੰਮ੍ਰਿਤ ਕਥਾ ਨੂੰ ਸੁਣਾਇਆ। ਕਥਾ ਦੀ ਸਮਾਪਤੀ ਤੋਂ ਬਾਅਦ ਗੁਰੂ ਅੰਗਦ ਦੇ ਪਾਤਸ਼ਾਹ ਸਮਾਂ ਪਾ ਕੇ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਦੇ ਮਰਜ ਹੁਣ ਸਤਿਗੁਰ ਜੋਤੀ ਜੋਤ ਸਮਾਏ ਨੇ, ਗੁਰਗੱਦੀ ਬਖਸ਼ੀ ਸੀ ਉਹਨਾਂ ਨੇ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਸਤਿਗੁਰੂ। ਜਦੋਂ ਗੁਰਤਾ ਗੱਦੀ ਤੇ ਗੁਰੂ ਅਮਰਦਾਸ ਮਰਜ ਬਹਿ ਗਏ ਨਾ, ਉਹਨਾਂ ਨੇ ਵੀ ਸਿੱਖਾਂ ਨੂੰ ਆਖਿਆ, ਕਹਿੰਦੇ ਭਾਈ ਬਾਲੇ ਵਾਲੀ ਪੋਥੀ ਲੈ ਕੇ ਆਓ, ਕਥਾ ਸੁਣਾਓ। ਆਹ ਜਿਹੜੀ ਕਥਾ ਤੁਸੀਂ ਸੁਣਦੇ ਹੋ ਇਹ ਅੱਜ ਦੀ ਨਹੀਂ ਚੱਲਦੀ, 500 ਸਾਲਾਂ ਤੋਂ ਚੱਲੀ ਆ ਰਹੀ ਹੈ। ਜਦ ਜੰਗਲਾਂ ਵਿੱਚ ਰਹਿੰਦੇ ਸੀ ਨਾ, ਘੋੜਿਆਂ ਦੀਆਂ ਕਾਠੀਆਂ ਤੇ ਸਿੱਖ, ਉਦੋਂ ਵੀ ਇਹ ਕਥਾ ਸੁਣਾਈ ਜਾਂਦੀ ਸੀ ਦਸੇ ਸਤਿਗੁਰਾਂ ਦੀ। ਉਦੋਂ ਵੀ ਦੀਵਾਨ ਸੱਜਦੇ ਸੀ ਜੰਗਲਾਂ ਦੇ ਵਿੱਚ, ਭਾਵੇਂ ਉਹ ਜੰਗਲ ਬੀਕਾਨੇਰ ਦੇ ਸੀ ਜਾਂ ਕਾਹਨੂੰਵਾਨ ਦੇ ਸ਼ੰਭ ਸਨ। ਗੁਰੂ ਕੇ ਸਿੱਖ ਕਥਾ ਸੁਣਾਉਂਦੇ ਸੀ ਤੇ ਸੰਗਤਾਂ ਸੁਣਦੀਆਂ ਸੀ, ਕਿਉਂਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਬੈਠੇ ਆ, ਆਪਣੇ ਸਮੇਂ ਕਾਲ ਵਿੱਚ ਹੀ ਉਹਨਾਂ ਨੇ ਗੁਰੂ ਬਾਬੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਸੁਣਾਈ ਸੰਗਤਾਂ ਦਾ ਹੀ ਸਿੱਖੀ ਦਾ ਪ੍ਰਚਾਰ ਹੋਇਆ। ਕਹਿੰਦੇ ਇਸ ਕਥਾ ਨੂੰ ਸੁਣ ਕੇ ਮਹਾਰਾਜ ਨੇ ਫਿਰ 22 ਮੰਜੀਆਂ ਥਾਪੀਆਂ ਸੀ ਗੁਰੂ ਅਮਰਦਾਸ ਮਹਾਰਾਜ ਨੇ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਕਥਾ ਚੱਲਦੀ ਰਹੀ। ਪਹਿਲਾਂ ਕਥਾ ਚੱਲਦੀ ਰਹੀ ਖਡੂਰ ਸਾਹਿਬ, ਫੇਰ ਆ ਗਈ ਗੋਇੰਦਵਾਲ ਸਾਹਿਬ। ਕਹਿੰਦੇ ਹੁਣ ਗੁਰੂ ਅਮਰਦਾਸ ਮਹਾਰਾਜ ਤਨ ਦਾ ਪਰਿਤਿਆਗ ਕਰਨਾ ਚਾਹੁੰਦੇ ਆ। ਤੀਜੇ ਪਾਤਸ਼ਾਹ ਜੋਤੀ ਵਿੱਚ ਜੋਤ ਮਿਲਾ ਰਹੇ ਨੇ। ਤਨ ਦਾ ਪਰਿਤਿਆਗ ਕੀਤਾ ਏ, ਸਰੀਰ ਛੱਡਿਆ ਏ। ਬਹੁਤ ਸਿੱਖਣ ਤੇ ਬਹੁਤ ਸਿੱਖਣ ਕੋ ਕੀਨ ਉਧਾਰਾ, ਦੰਭ ਕੋ ਮਾਰਗ ਭਵ ਨਿਰਵਾਰਾ। ਆਪਣੇ ਜੀਵਨ ਕਾਲ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਬੜਿਆਂ ਸਿੱਖਾਂ ਦਾ ਉਧਾਰ ਕੀਤਾ ਜੀ, ਬੜਿਆਂ ਨੂੰ ਪਖੰਡ ਤੋਂ ਮੁਕਤ ਕੀਤਾ। ਇਹ ਕਥਾ ਜਿਹਨੇ ਸੁਣੀ ਹੈ, ਜਿਹਨੇ ਗਾਈ ਹੈ, ਜਿਹਨੇ ਸਮਝੀ ਹੈ ਨਾ, ਸੱਚੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਸਿਰ ਨਹੀਂ ਝੁਕਾ ਸਕਦਾ, ਪਖੰਡ ਨਹੀਂ ਕਰ ਸਕਦਾ। ਤੀਜੇ ਪਾਤਸ਼ਾਹ ਜੀ ਨੇ ਕਹਿੰਦੇ ਪਖੰਡ ਖਤਮ ਕਰਾ ਦਿੱਤੇ ਲੋਕਾਂ ਦੇ। ਅੱਗੇ ਲੋਕਾਂ 'ਚ ਸਾਖੀ ਸਰਬਰ ਮੱਤ ਦਾ ਬੜਾ ਬੋਲ ਬਾਲਾ ਸੀ, ਪੱਥਰਾਂ ਦੀ ਪੂਜਾ ਕਰੀ ਜਾਣੀ, ਪੀਰਾਂ ਨੂੰ ਮੰਨੀ ਜਾਣਾ, ਮਰਿਆ ਹੋਇਆਂ ਨੂੰ। ਜਿਹੜਾ ਮਾਰੀ ਗਿਆ, ਜਿਹਦਾ ਵਜੂਦ ਖਤਮ ਹੋ ਗਿਆ, ਮਿੱਟੀ ਵਿੱਚ ਗਲ ਗਿਆ, ਗਰਕ ਗਿਆ, ਜਿਹੜਾ ਧਰਮਰਾਜ ਦੀ ਕਚਹਿਰੀ ਵਿੱਚ ਸਜ਼ਾਵਾਂ ਭੁਗਤਦਾ ਫਿਰਦਾ, ਉਹ ਤੁਹਾਡਾ ਦੀਵਾ ਵਾਲੇ ਕੀ ਸਵਾਰੂਗਾ। ਇੱਕ ਭਰਮ ਸੀ
ਬੰਦੇ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਮਰਿਆਂ ਨੂੰ ਪੂਜ ਕੇ। 10ਵੇਂ ਪਾਤਸ਼ਾਹ ਜੀ ਨੇ ਤੇ ਫਿਰ ਸਵਈਆਂ ਵਿੱਚ ਸਪਸ਼ਟ ਲਿਖ ਦਿੱਤਾ, ਕਉ ਬੁਤਾਨ ਕੋ ਪੂਜਤ ਹੈ ਪਸ। ਆ ਰੁਤਬਾ ਦਿੱਤਾ ਹੈ ਮਹਾਰਾਜ ਕਹਿੰਦੇ ਕੋਈ ਤੇ ਬੁੱਤਾਂ ਨੂੰ ਪੂਜਦਾ ਏ ਪਸ ਪਸ਼ੂ, ਕਉ ਮਿਰਤਾਨ ਕੋ ਪੂਜਨ ਧਾਇਓ। ਕਹਿੰਦੇ ਕੋਈ ਪਸ਼ੂ ਮਰਿਆਂ ਨੂੰ ਪੂਜੀ ਜਾਂਦਾ ਹੈ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਝੂਠੀ ਕਿਰਿਆ 'ਚ ਸਾਰਾ ਸੰਸਾਰ ਉਲਝਿਆ ਪਿਆ, ਬੰਦੇ ਨੂੰ ਬੰਦਾ ਪੂਜੀ ਜਾਂਦਾ ਹੈ, ਰੱਬ ਦਾ ਭੇਦ ਕਿਸੇ ਨੇ ਨਾ ਪਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਕਰਮ ਕਾਂਡ ਖਤਮ ਕਰਾਏ, ਪਖੰਡ ਖਤਮ ਕਰਾ ਦਿੱਤੇ। 22 ਮੰਜੀਆਂ ਜਿਹੜੀਆਂ ਥਾਪੀਆਂ ਸੀ ਉਹ ਕੀ ਸੀ? ਬੀਬੀਆਂ ਨੂੰ ਪੀੜੇ ਬਖਸ਼ੇ ਸੀ ਤੇ ਆਮ ਭਾਈਆਂ ਨੂੰ ਮਰਦਾਂ ਨੂੰ ਮੰਜੀਆਂ ਬਖਸ਼ੀਆਂ, ਭਾਵ ਪ੍ਰਚਾਰ ਦੇ 22 ਸੈਂਟਰ। ਪਤਾ ਕਰੋ ਹਿੰਦੁਸਤਾਨ ਵਿੱਚ ਕਿੰਨੇ ਸੂਬੇ ਸੀ? 22 ਸੂਬੇ ਸੀ। 22 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਇੱਕ ਸਿੱਖ ਪ੍ਰਚਾਰਕ ਥਾਪਿਆ, ਜਿਹਨੇ ਅੱਗੇ ਹਜ਼ਾਰਾਂ ਨੂੰ ਜੋੜਿਆ। ਇਹ ਮਿਸ਼ਨ ਚੱਲਦਾ ਰਿਹਾ ਹੈ। ਇਹੀ ਮਿਸ਼ਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਸੀ। ਸਿੱਖੀ ਦੇ ਪ੍ਰਚਾਰ ਦਾ ਮਿਸ਼ਨ ਮਹੇਸ਼ ਭੱਟ ਕਾਲਾ ਬ੍ਰਾਹਮਣ, ਜਿਹਨੂੰ ਅਸੀਂ ਬੀਰਬਲ ਦੇ ਨਾਮ ਨਾਲ ਜਾਣਦੇ ਹਾਂ, ਸੱਤੇ ਕੱਪੜੀ ਅੱਗ ਲੱਗੀ ਪਈ ਸੀ, ਹਾਏ ਸਿੱਖੀ ਦਾ ਪ੍ਰਚਾਰ ਹੋ ਗਿਆ, ਹਾਏ ਸੱਚ ਦਾ ਪ੍ਰਚਾਰ ਕਿਉਂ ਹੋ ਗਿਆ। ਤੇ ਉਹਨਾਂ ਨੇ ਇੱਕ ਕੰਡੇ ਬੀਜੇ ਸੀ। ਤੀਜੇ ਪਾਤਸ਼ਾਹ ਜੀ ਦੇ ਵੇਲੇ ਕਹਿੰਦੇ ਜਦੋਂ ਸਿੱਖੀ ਸਿਖਰਾਂ ਤੇ ਆਈ, ਆ ਕਥਾ ਘਰ ਘਰ ਸੁਣੀ ਗਈ ਗੁਰੂ ਨਾਨਕ ਸਾਹਿਬ ਦੀ। ਕਹਿੰਦੇ ਜਿਹੜਾ ਸੁਣ ਲੈਂਦਾ ਸੀ ਨਾ, ਉਹ ਆਪਣਾ ਜੀਵਨ ਗੁਰੂ ਨਾਨਕ ਸਾਹਿਬ ਦੇ ਲੇਖੇ ਲਾ ਲੈਂਦਾ ਸੀ। ਸੁਣ ਕੇ ਕਥਾ ਹਰ ਸਿੱਖ ਰੋਂਦਾ ਸੀ, ਮੈਨੂੰ ਕਿਉਂ ਨਾ ਸਮਾਂ ਮਿਲਿਆ, ਮੈਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਨਾ ਕੀਤੇ। ਕਹਿੰਦੇ ਇੰਨਾ ਪਿਆਰ ਜਾਗ ਪੈਂਦਾ ਸੀ। ਮਹਾਕਵੀ ਭਾਈ ਸੰਤੋਖ ਸਿੰਘ ਉਹਨਾਂ ਸਿੱਖਾਂ ਨੂੰ ਸਿੰਘਾਂ ਨੂੰ ਸੁਣਾ ਰਹੇ ਆ, ਜਿਨ੍ਹਾਂ ਨੇ ਸ਼ੰਕਾ ਰੱਖਿਆ ਸੀ ਵੀ ਤੁਹਾਡੀ ਕਥਾ ਤੇ ਜਨਮ ਸਾਖੀਆਂ ਨਾਲ ਮੈਚ ਨਹੀਂ ਕਰਦੀ ਜੀ, ਕਿਤੇ ਆਪਣੇ ਕੋਲੋਂ ਤਾਂ ਨਹੀਂ ਛੱਡੀ ਜਾਂਦੇ, ਸੁਣਾਈ ਜਾਂਦੇ। ਉਹ ਕਹਿੰਦੇ ਗੁਰਮੁਖੋ ਨਹੀਂ ਭਾਈ, ਮੈਂ ਉਹੀ ਸੁਣਾਉਣ ਲੱਗਾ ਜੋ ਹਕੀਕਤ ਵਿੱਚ ਹੋਇਆ ਤੇ ਜੋ ਸਦਾ ਸੱਚ ਆ ਤੇ ਸੱਚ ਰਹਿਣਾ। ਤੀਜੇ ਪਾਤਸ਼ਾਹ ਜੀ ਦੇ ਜੋਤੀ ਜੋਤ ਤੋਂ ਬਾਅਦ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ। ਅਮਰਦਾਸ ਗੁਰਤੀ ਪਸਚਾਤਾ, ਰਾਮਦਾਸ ਪੇ ਭਵ ਬਖਿਆਤਾ। ਗੁਰੂ ਰਾਮਦਾਸ ਮਹਾਰਾਜ ਜਦੋਂ ਜੱਗ ਵਿੱਚ ਪ੍ਰਗਟ ਹੋਏ ਨਾ, ਇੰਨੇ ਵਿਰਾਗੀ ਸੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਅੱਠੇ ਪੈਰ ਨੇਤਰਾਂ 'ਚੋਂ ਹੰਝੂ ਵਗਦੇ ਸੀ ਹਰ ਵੇਲੇ। ਹਰ ਵੇਲੇ ਦਾੜਾ ਸੇਜਲ ਰਹਿੰਦਾ ਸੀ ਸਤਿਗੁਰਾਂ ਦਾ ਹੰਝੂਆਂ ਦੇ ਨਾਲ। ਇੰਨਾ ਪ੍ਰੇਮ ਕਰਦੇ ਸੀ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਸਾਹਿਬ ਨਾਲ। ਕਹਿੰਦੇ ਉਹਨਾਂ ਨੇ ਇਸ ਕਥਾ ਨੂੰ ਕਈ ਵਾਰ ਸੰਗਤ ਵਿੱਚ ਸੁਣਿਆ, ਰੱਬ ਹੋ ਕੇ ਕਥਾ ਸੁਣੀ ਹੈ। ਤੇ ਮੇਰੇ ਵਰਗਾ 4 ਕਿਤਾਬਾਂ ਪੜ੍ਹ ਕੇ ਕਹਿੰਦਾ ਲੈ ਸਾਨੂੰ ਕਥਾ ਦੀ ਲੋੜ ਕੀ ਹੈ, ਬੜਾ ਕੁਛ ਯਾਦ ਹੈ, ਬੜਾ ਕੁਛ ਪਤਾ ਹੈ। ਨਹੀਂ, ਇਹ ਤੇ ਮੈਂ ਵੀ ਆਪਣੀ ਜ਼ਿੰਦਗੀ ਦਾ ਤਜਰਬਾ ਕਰਕੇ ਵੇਖ ਲਿਆ। ਤੀਜੀ ਵਾਰ ਕਥਾ ਕਰਨ ਦਾ ਸਤਿਗੁਰਾਂ ਨੇ ਸੁਭਾਗ ਬਖਸ਼ਿਆ। 2 ਵਾਰ ਪਹਿਲਾਂ ਕਥਾ ਸੰਗਤਾਂ ਨੇ ਸੁਣੀ, 1 ਵਾਰ ਅੰਬ ਸਾਹਿਬ ਜਿਹੜੀਆਂ ਨੇ ਸੁਣੀ। ਪੁੱਛੋ ਵੀ ਆਹ ਜਿਹੜੀ ਹੁਣ ਹੋ ਰਹੀ ਪਹਿਲਾਂ ਸੁਣੀ ਹੈ? ਜ਼ਮੀਨ ਅਸਮਾਨ ਦਾ ਫਰਕ ਹੈ। ਹਰ ਵਾਰ ਇਹ ਕਥਾ ਨਿਤ ਨਵੀਂ ਹੈ, ਕਿਉਂਕਿ ਉਹ ਪਰਮਾਤਮਾ ਦੀ ਕਥਾ ਹੈ, ਰੱਬ ਦੀ ਮਹਿਮਾ ਹੈ। ਇਹ ਉਹੀ ਨਹੀਂ ਹੈ ਵੀ ਜਿਹੜੀ ਸਾਖੀ ਪਹਿਲਾਂ ਸੁਣ ਲਈ ਆਪਾਂ ਯਾਰ ਹੁਣ ਕੀ ਸੁਣਨੀ ਹੈ, ਯਾਦ ਤੇ ਹੈ। ਨਹੀਂ, ਇਤਿਹਾਸ ਹੈ ਇਹ, ਸਾਖੀਆਂ ਨਹੀਂ ਨੇ। ਕਵੀ ਜੀ ਆਖਣ ਲੱਗੇ ਚੌਥੇ ਪਾਤਸ਼ਾਹ ਜੀ ਨੇ ਭਵ ਸਾਗਰ ਦੇ ਵਿੱਚ ਇਹ ਪ੍ਰਚਾਰ ਕੀਤਾ, ਸਿੱਖੋ ਕਥਾ ਸੁਣੋ, ਗਾਓ, ਵਿਚਾਰੋ। ਪਰ ਉਹਨਾਂ ਸਮਿਆਂ ਵਿੱਚ ਪੰਡਤ ਲੋਕ ਕਥਾ ਕਰਦੇ ਹੁੰਦੇ ਸੀ, ਅਜੇ ਸਿੱਖਾਂ ਵਿੱਚ ਪ੍ਰਚਲਨ ਨਹੀਂ ਸੀ। ਕੋਈ ਕੋਈ ਬਜ਼ੁਰਗ ਸਿੱਖ ਕਥਾ ਸੁਣਾ ਦਿੰਦਾ ਸੀ, ਜ਼ਿਆਦਾਤਰ ਬ੍ਰਾਹਮਣ ਲੋਕ ਹੀ ਸੁਣਾਉਂਦੇ ਸੀ ਕਥਾ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਕਹਿੰਦੇ ਸੰਗਤਾਂ ਸੇਵਾ ਬੜੀਆਂ ਕਰਿਆ ਕਰ, ਆਪ ਵੀ ਸਤਿਗੁਰ ਸੇਵਾ ਕਰਦੇ ਸੀ। ਸਾਡੇ ਸਤਿਗੁਰਾਂ ਦੇ ਜੀਵਨ ਵਿੱਚ ਇਹ ਬਹੁਤ ਵੱਡਾ ਗੁਣ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਦੋਂ ਵੀ ਇਤਿਹਾਸ ਪੜ੍ਹਾਂਗੇ, ਸਤਿਗੁਰ ਆਪ ਸੇਵਾ ਕਰਦੇ ਸੀ, ਲੱਕ ਨਾਲ ਕਮਰ ਕਸਾ ਬੰਨ੍ਹ ਕੇ। ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਮਹਾਰਾਜ ਮੁੱਖ ਲਪੇਟ ਕੇ ਰਾਤ ਵੇਲੇ ਨਾ ਸੰਗਤਾਂ ਦੇ ਜੋੜੇ ਸਾਫ਼ ਕਰਦੇ ਹੁੰਦੇ ਸੀ। ਹੈ ਕੋਈ ਇਦਾਂ ਦਾ ਗੁਰੂ ਅੱਜ ਦੇ ਸਮੇਂ? ਮੇਰੇ ਵਰਗਾ ਪਾ ਕੇ 4 ਸਾਲਾਂ ਤੋਂ ਕੱਪੜੇ ਤੇ ਉਹ ਕਹਿੰਦਾ ਲੈ ਮੇਰੀ ਤੇ ਜੁੱਤੀ ਦਾ ਫੀਤਾ ਵੀ ਤੂੰ ਖੋਲ, ਕਿਉਂਕਿ ਮੈਂ ਹੁਣ ਪੰਥ ਦੀ ਮਹਾਨ ਦਰਪੇਸ਼ ਹਸਤੀ ਹਾਂ। ਅਸੀਂ ਤੇ ਇੰਨੇ ਹੰਕਾਰ 'ਚ ਸਾਨੂੰ ਤੇ ਜਮਾ ਨੇ ਨਹੀਂ ਬਖਸ਼ਣਾ। ਪਰ ਉਸ ਵੇਲੇ ਵੇਖੋ ਗੁਰੂ ਰਾਮਦਾਸ ਮਹਾਰਾਜ ਭਵ ਸਾਗਰ ਦੇ ਵਿੱਚ ਕਥਾ, ਗੁਰਬਾਣੀ, ਵਿਚਾਰ, ਸੇਵਾ ਤੇ ਨਾਮ ਨਾਲ ਸੰਗਤਾਂ ਨੂੰ ਜੋੜ ਰਹੇ ਆ।
कदे नमस्कार अपने आप नूं नहीं सी कराउंदे, आम सादगी च रहिंदे सी। कहंदे ये कथा सिखां नूं याद सी, सुन लैंदे सी। सुन के नहीं भी सौ गए जाके, एक ने सुननी उन्हें घर जाके सुनाउणी, बजुर्गां नूं सुनाउणी, शरीके च सुनाउणी। इसे तरह गुरु नानक साहब की महिमा अगे प्रचलित हुंदी रही। इन हदूर सिख भयो हिंदाला, तां पर श्री गुर बहुत किरपाला। गुरु रामदास महाराज जी दे पावन सिखां दे विचों, प्यारियां दे विचों एक सिख सन भाई हिंदाल जी। भाई हिंदाल कहंदे इन्ने प्यारे सिख सी ना, ये कह लो भाई हिंदाल ते गुरु रामदास महाराज विच कोई फर्क नहीं है। इत्थे पहुंचना खाला जी दा बाड़ा नहीं है, खेडा नहीं ने। कहते सिख सतगुरां नूं बहुत प्यारा सी, पर भाई हिंदाल गुरु रामदास पातशाह की परवाह नहीं सी करते। आ सुन के थोड़ा होर तरह लगना है। रब जी की परवाह करता है, वो रब की नहीं करता। क्यों नहीं करता? असी ते गुरुद्वारे जाके भी कहने बाबा जी मैं तेरा मैं तेरा मैं ते मर गया। पर यह सिद्ध किवें होएगा? भगतां दी बाणी पढ़ के वेखो। भगत कबीर कहंदे आ, पाछे लागो हर फिरै कहत कबीर कबीर। भगत कबीर एक दिन पिछा करके रब नूं तुर पे, ते रब तुरया फिरदा कहंदा ओ कबीर जी रुकते जा, खड़ते जा, सुनते लै। वो कहंदा पासे हट। मतलब बेपरवाही ये प्यार की निशानी है। गुरु रामदास पातशाह भाई हिंदाल की बड़ी परवाह करते हैं, पर भाई हिंदाल सतगुरां नूं प्रेम करते आ, दिखावा नहीं करते। वो ब्रह्म ज्ञानी सिख है। कदे मौका मिले भाई हिंदाल जी का जीवन पढ़ियो जी, जरूर पढ़ियो। बहुत कुछ सीखण नूं मिलना। कित्थे वो सिख ते कित्थे मेरे वर्गे नकली सिख। शर्म आउंदी अपने आप नूं सिख कहंदे आ जदों सिखां दा जीवन पढ़दे आ। भाई हिंदाल दिन रात सेवा करते आ। कहते कदे कदाई गुरु रामदास पातशाह के दरबार च आउंदे सी, कदे कदे। रहना उत्थे ही है गोइंदवाल साहब, आउणा कदे कदे है। बड़े सिख ईरखा करते सी, कहते काहदा सिख होए मत्था टेकण नहीं जांदा महाराज नूं, तू काहदा सिख बनया होया है? कदे गुरु साहब नूं मिले है, हाजरी भरी है, कीर्तन सुनिया जाके, बाणी सुनी जाके, कदे चरण घुट्टे गुरु साहब दे। पर भाई हिंदाल सब दियां मंदियां चंगियां सुन के हस पैंदे आ, किसे नूं कौड़ा बोल नहीं बोलदे। कहल देग की अदक करे, मन स्थिर नह डोलन दे। इत्थे कवि जी ने प्रसंग सिर्फ संखेप विच शॉर्ट विच दिता ते संपूर्ण सुना दईए। जदों भाई हिंदाल सतगुरां दी हजूरी आए ना, मर्द कहंदे की करेगा फिर? घर छड्ड के आई सी। कहंदा तुहाडी सेवा। मर्द कहंदे जा फिर लंगर च भज जा, लंगर च चल, सेवा करया कर। कहंदा जी 7 वचन। उस दिन तो बाद भाई हिंदाल लंगर तो बाहर नहीं आए। गुरु साहब कहंदे लंगर की सेवा कर। कहंदे ठीक है पातशाह, रब की सेवा लंगर की सेवा। कहंदे बाहर नहीं सी आउंदे ते लोग मारदे सी ताने। कहंदे ओए कदे मत्था टेक आया कर गुरु साहब नूं जाके, सरद लंगर च वड़िया रहना है। वो सुनते नहीं सी किसी दी, वो मनदे सी मैनू मेरे सतगुर ने किया लंगर की सेवा करते, फिर मैं दुनिया तो की लेना है। तन करके मन करके भाई हिंदाल लंगर विच गच रहिंदा है। बस्तर लिबड़े दालां सब्जियां दे नाल, इह सेवा दी भावना है। ते मेरे वर्गा भी सेवा करदा, क्रीज वाले कपड़े पा के, 4 बॉडीगार्ड लैके, ते जदों एक दाल वरताउंदा ते 20 जणे पिछे पैर दबण वाले हुंदे आ। ये दिखावा साडा। मैं रोटियां पकाइयां हरमंदर साहब, फोटो आ रही फेसबुक ते, रागी ਸਿੰਘਾਂ ਦੇ ਪਿੱਛੇ ਬੈਠੀਆਂ, ਵੀਡੀਓ ਕਲਿੱਪ ਆ ਰਹੇ ਹੈ। ਕੀ ਹੈ? ਹਉਮੈ ਦਾ ਪ੍ਰਗਟਾਵਾ ਰੱਬ ਦੇ ਘਰ ਜਾ ਕੇ। उस वेले भाई हिंदाल की सेवा गुरु रामदास पातशाह सुनते रहते सिखा तो, ते गुरु साहब ने उसकी तारीफ करया करन। कहते बई सिख होवे ते हिंदाल वर्गा, ते बाकियां नूं चुभिया करे भी जिहड़ा मर्ज नूं मत्था टेकण नहीं आउंदा, सतगुरां दे कदे कोल नहीं बहिंदा, कदे आके उहने गुरु साहब नूं नहीं पुछया मर्ज भोग लग्या कि नहीं, ते मर्ज कहते सिख बड़ा महान है। ये कुदरती गल है जी, ईरखा जन्म लै लैंदी है। भाई हिंदाल की विरोधता करने वाले ज़्यादा, सिफतां करने वाले घट हन। पूरन सिख होए सुख पाया, मानत गुर की
ਸਦਾ ਰਜਾਇਆ। ਸਤਿਗੁਰਾਂ ਦੀ ਆਗਿਆ, ਸਤਿਗੁਰਾਂ ਦੀ ਰਜਾ ਵਿੱਚ ਰਹਿੰਦੇ ਨੇ ਭਾਈ ਹਿੰਦਾਲ। ਪੂਰਨ ਸਿੱਖ ਨੇ ਮਨ ਕਦੇ ਵੀ ਨਾ ਡੋਲਿਆ, ਕਦੇ ਵੀ ਨਾ ਡੋਲਿਆ। ਇਹ ਕਹਿਣਾ ਬਹੁਤ ਸੌਖਾ ਹੈ। ਆਏ ਦੱਸੋ ਵੀ ਕਦੇ ਸਾਡਾ ਮਨ, ਜੇ ਅਸੀਂ 60 ਮਿੰਟ ਕਥਾ ਸੁਣਦੇ, ਕਦੇ 1 ਮਿੰਟ ਰੱਬ ਨਾਲ ਜੁੜਿਆ? ਸੱਚੀ ਦੱਸਿਓ। ਸੁਣਦੇ ਸੁਣਦੇ ਵੀ ਅੰਦਰ 100 ਵਿਕਾਰ ਜਨਮ ਲੈਂਦਾ। ਇਹਨਾਂ ਵਿਕਾਰਾਂ ਨੇ ਸਾਨੂੰ ਛਡਾਉਣਾ ਨਹੀਂ। ਹਾਲਤ ਬਹੁਤ ਮਾੜੀ ਕਰਨੀ ਹੈ। ਇਹਦੇ ਨਾਲੋਂ ਬੰਦਾ ਧਰਮ ਨਾ ਕਮਾਵੇ ਤੇ ਚੰਗਾ। ਜੇ ਧਰਮ ਦੇ ਕੋਲ, ਰੱਬ ਕੋਲ ਬਹਿ ਕੇ ਨਾ ਮਾੜਾ ਚੰਗਾ ਸੋਚਣਾ, ਮਾੜੇ ਖਿਆਲ ਰੱਖਣੇ ਨੇ, ਬਹੁਤ ਕੁਝ ਸੋਚਣਾ ਹੈ, ਘਰ ਪਰਿਵਾਰ ਬਾਰੇ ਸੋਚਣਾ, ਤੇ ਲੇਖੇ ਭੁਗਤਣੇ ਔਖੇ ਆ। ਕਿਉਂਕਿ ਮਨ ਇੱਕ ਪਲ ਵੀ ਨਹੀਂ ਟਿਕਦਾ। ਜਿੱਤੇ ਕਿਰਪਾ ਹੋਈ ਉਹਦਾ ਟਿਕਦਾ। ਭਾਈ ਹਿੰਦਾਲ ਦਾ ਮਨ ਕਹਿੰਦੇ ਬਿਖਰਦਾ ਹੀ ਨਹੀਂ ਸੀ ਕਦੇ। ਸਿੱਖਾਂ ਨੇ ਅਵਾ ਤਵਾ ਬੋਲ ਦੇਣਾ, ਸ਼ਿਕਾਇਤਾਂ ਲਾਉਣੀਆਂ, ਕਹਿੰਦੇ ਵੱਡਾ ਜਥੇਦਾਰ ਬਣਿਆ ਫਿਰਦਾ ਤੂੰ, ਆਪਣੀ ਮਰਜ਼ੀ ਕਰਦਾ, ਤੈਨੂੰ ਹੁਣ ਕਢਾ ਦੇਾਂਗੇ। ਪਰ ਭਾਈ ਹਿੰਦਾਲ ਨੇ ਕਿਸੇ ਨੂੰ ਕੁਛ ਨਹੀਂ ਕਿਹਾ। ਉਹ ਹੱਸਣਾ ਵੀ ਛੱਡ ਗਏ, ਹੱਥ ਜੋੜ ਲੈਂਦੇ ਨੇ, ਕਹਿੰਦੇ ਤੂੰ ਹੀ ਉਹ ਮੇਰਾ ਰੱਬ ਹੈ। ਜਿਹੜਾ ਗਾਲਾਂ ਕੱਢ ਦਿਆ ਕਰੇ, ਆ ਕੇ ਮਾੜਾ ਕਹਿ ਦਿਆ ਕਰੇ, ਕਿਸੇ ਨੇ ਕਹਿਣਾ ਓਏ ਭੋਗ ਦੀ ਕੀ ਲੋੜ, ਰੋਟੀ ਖਵਾ ਲੈ ਜਾ। ਐਡੀ ਨਿਮਰਤਾ ਮਨ ਵਿੱਚ ਆ ਗਈ। ਕਿਉਂਕਿ ਹੁਣ ਹਿਰਦੇ 'ਚ ਫਰਕ ਨਹੀਂ ਪੈਂਦਾ ਕੋਈ। ਹੁਣ ਬੜਾ ਲੰਮਾ ਸਮਾਂ ਹੋ ਗਿਆ ਭਾਈ ਹਿੰਦਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ, ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਮਨ 'ਚ ਉਛਾਲਾਂ ਪੈਦਾ ਹੋਣ ਵੀ ਸਿੱਖ ਦੇ ਦਰਸ਼ਨ ਕਰ ਆਈਏ। ਆਖੋ ਸਤਨਾਮ। ਆ ਸਿੱਖੀ ਹੈ। ਗੁਰੂ ਚਾਹੁੰਦਾ ਸਿੱਖ ਦੇ ਦਰਸ਼ਨ ਕਰਨੇ, ਪਰ ਸਿੱਖ ਬੜਾ ਬੇਪਰਵਾਹ ਹੈ। ਦੋਹਰ ਟਹਿਲ ਦੇਗ ਕੀ ਕਰਤ ਜਹ, ਤਹ ਆਏ ਗੁਰ ਸੋਏ, ਸੋੜ ਬੰਸ ਸਵਿਤਾ ਭਏ, ਰਾਮਦਾਸ ਪ੍ਰਭ ਜੋਏ। ਹੁਣ ਇੱਥੇ ਭਾਈ ਹਿੰਦਾਲ ਲੰਗਰ ਦੀ ਸੇਵਾ ਕੀ ਕਰਦੇ ਆ? ਜੂਠੇ ਬਰਤਨ ਮਾਂਜਣੇ ਜੀ। ਅੱਗੇ ਬਰਤਨ ਮਾਂਜੇ ਜਾਂਦੇ ਸੀ ਸਵਾਹ ਨਾਲ, ਮਿੱਟੀ ਨਾਲ, ਰੇਤੇ ਨਾਲ। ਮਿੱਟੀ 'ਚ ਮਿੱਟੀ ਹੋਇਆ ਰਹਿਣਾ, ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ। ਸੰਗਤਾਂ ਨੇ ਭੋਜਨ ਛਕਣਾ, ਸੌਂ ਜਾਣਾ। ਪਰ ਭਾਈ ਹਿੰਦਾਲ ਨੇ ਉੱਥੇ ਸੇਵਾ ਕਰਕੇ ਉੱਥੇ ਲੰਮਿਆਂ ਪੈ ਜਾਣਾ। ਅੱਜ ਰੱਬ ਗੁਰੂ ਰਾਮਦਾਸ ਪਾਤਸ਼ਾਹ ਰੋਜ਼ ਯਾਦ ਕਰਦੇ ਆ। ਕਈ ਵਾਰ ਸੁਨੇਹੇ ਵੀ ਭੇਜੇ, ਨਹੀਂ ਆਏ। ਦੇਖੋ ਗੁਰੂ ਸੁਨੇਹਾ ਭੇਜਦਾ, ਸਿੱਖ ਨੂੰ ਲਿਆਓ, ਨਹੀਂ ਆਉਂਦੇ। ਕਹਿੰਦੇ ਮੈਨੂੰ ਸੇਵਾ 'ਚ ਹੀ ਪਿਆਰ ਬੜਾ ਹੈ। ਮਤਲਬ ਬਚਨ ਮੰਨਿਆ ਨਾ ਗੁਰੂ ਦਾ। ਫਿਰ ਇੱਕ ਦਿਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਿੱਖੋ ਆਓ ਚੱਲੀਏ, ਫਿਰ ਆਪਾਂ ਹੀ ਦਰਸ਼ਨ ਕਰ ਆਉਂਦੇ ਆ। ਕਹਿੰਦੇ ਸਹਿਜ ਸੁਭਾਅ ਸਤਿਗੁਰੂ ਗੋਇੰਦਵਾਲ ਸਾਹਿਬ ਲੰਗਰਾਂ ਵਿੱਚ ਆਣ ਪਹੁੰਚੇ ਗੁਰੂ ਰਾਮਦਾਸ। ਕੈਸਾ ਸਮਾਂ ਹੋਣਾ ਹੈ ਉਦੋਂ। ਭਾਈ ਹਿੰਦਾਲ ਨੂੰ ਨਹੀਂ ਪਤਾ ਸਤਿਗੁਰ ਆਪ ਆਏ ਨੇ। ਜੋ ਪਈ ਹੀਰ ਉਠਿਓ ਗੁਰ ਕੋ ਤਤਕਾਲਾ, ਪ੍ਰੇਮ ਮਗਨ ਮੇਰ ਦਾ ਬਿਸਾਲਾ। ਉਹ ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਹਿਰਦੇ ਵਿੱਚ ਸੀ। ਕਹਿੰਦੇ ਸਹਿਜ ਸੁਭਾਅ ਆਵਾਜ਼ ਸੁਣੀ ਲੱਕੜ ਦੀਆਂ ਖੜਾਵਾਂ ਦੀ, ਠਕ 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 ਠਕ। ਜਦੋਂ ਆਵਾਜ਼ ਸੁਣੀ ਧਿਆਨ ਉਸ ਪਾਸੇ ਨਾ ਗਿਆ। ਅਚਨਚੇਤ ਵੇਖਿਆ ਵੀ ਸਿੱਖ ਤੁਰੇ ਆਉਂਦੇ ਆ, ਤੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਅੱਗੇ ਅੱਗੇ ਆ ਰਹੇ। ਬੜਾ ਸੋਹਣਾ ਸਤਿਗੁਰਾਂ ਚੋਲਾ ਪਾਇਆ, ਅੱਜ ਚਿੱਟੇ ਬਸਤਰ ਨੇ, ਚਿੱਟਾ ਹੀ ਸਿਰੋਂ ਪਾਓ ਹੈ, ਚਿੱਟਾ ਹੀ ਸੋਹਣੀ ਦਸਤਾਰ ਬੰਨੀ ਹੈ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਿਤਾ ਨੇ। ਬੜੇ ਦਬੇ ਕਦਮ ਸਤਿਗੁਰੂ ਜੀ ਜਿੱਥੇ ਲੰਗਰ ਪੱਕਦਾ ਸੀ ਉੱਥੇ ਆਣ ਪਹੁੰਚੇ। ਪਰ ਭਾਈ ਹਿੰਦਾਲ ਦਾ ਬਹੁਤਾ ਧਿਆਨ ਸਤਿਗੁਰਾਂ ਤੇ ਨਾ ਪਿਆ। ਜਦੋਂ ਗੁਰੂ ਸਾਹਿਬ ਨੇੜੇ ਆਉਂਦੇ ਵੇਖ ਲਏ ਨਾ, ਬਿਲਕੁਲ ਕੁਝ ਫੁੱਟ ਦੀ ਦੂਰੀ ਤੇ, ਕਹਿੰਦੇ ਇੱਕਦਮ ਉੱਠੇ, ਸੰਭਲਿਆ ਨਾ ਗਿਆ, ਉਹ ਮਰ ਜਾ ਗਏ, ਪਤਾ ਹੀ ਨਹੀਂ ਲੱਗਿਆ। ਆਪਣੇ ਵੱਲੋਂ ਅਦਬ ਸਤਕਾਰ ਸਹਿਤ ਭਾਈ ਹਿੰਦਾਲ ਜੀ ਉੱਠ ਪਏ ਨੇ। ਮੰਡਤ ਆਟਾ ਘਰ ਸੋ ਲਾਗਿਓ, ਦੇਖਤ ਪ੍ਰਭ ਕੋ ਟਹਿਲ ਤਿਆਗਿਓ। ਗੁਰੂ ਰਾਮਦਾਸ ਮਹਾਰਾਜ ਆਪ ਚੱਲ ਕੇ ਉਸ ਪਾਸੇ ਆ ਗਏ। ਹੁਣ ਭਾਈ ਹਿੰਦਾਲ ਕਰ ਕੀ ਰਹੇ ਸੀ? ਕਹਿੰਦੇ ਬਹੁਤ ਵੱਡੀ ਪਰਾਤ ਸੀ। ਅੱਗੇ ਪਰਾਤਾਂ ਵੱਡੀਆਂ ਸੀ ਜਿਵੇਂ ਨਿਹੰਗ ਸਿੰਘਾਂ ਕੋਲ ਹੁੰਦੀਆਂ ਦਲ ਪੰਥਾਂ 'ਚ। ਕਹਿੰਦੇ ਉਸ ਪਰਾਤ ਵਿੱਚ ਨਾ ਝੁਕ ਕੇ ਆਟਾ ਗੁੰਨ ਰਹੇ ਸੀ। ਹੁਣ ਆਟਾ ਗੁੰਨਦੇ ਆ, ਹੱਥ ਵੀ ਲਿਬੜੇ ਹੋਏ ਆ, ਪਾਣੀ ਆਟੇ 'ਚ ਫਿਰਦਾ ਹੈ, ਸੁੱਕਾ ਗਿੱਲਾ ਆਟਾ ਏ, ਬਾਹਾਂ ਤੱਕ ਹੱਥ ਲਿਬੜੇ ਪਏ ਆ। ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਵੇਖਿਆ ਨਾ, ਭਾਈ ਹਿੰਦਾਲ ਘਬਰਾ ਗਏ। ਸਤਿਗੁਰੂ ਆ ਗਏ, ਮੈਂ ਚਰਨਾਂ ਤੇ ਮੱਥਾ ਟੇਕਣਾ, ਮੇਰੇ ਤੇ ਹੱਥ ਗੰਦੇ ਆ, ਆਟਾ ਲੱਗਿਆ ਹੋਇਆ ਹੈ। ਜੇ ਮੱਥਾ ਨਾ ਟੇਕਿਆ ਤੇ ਨਰਾਦਰ ਹੋਣਾ, ਜੇ ਟੇਕ ਦਿੱਤਾ ਤੇ ਗੁਰੂ ਸਾਹਿਬ ਦੇ ਸੋਹਣੇ ਚਰਨਾਂ ਤੇ ਆਟਾ ਲੱਗ ਜਾਣਾ ਹੈ। ਅੱਜ ਵੇਖਿਓ ਸਿੱਖ ਕਿਹੋ ਜਿਹਾ ਹੁੰਦਾ ਹੈ। ਧੰਨ ਭਾਈ ਹਿੰਦਾਲ। ਕਹਿੰਦੇ ਅਚਨਚੇਤ ਉੱਠੇ, ਸਤਿਗੁਰਾਂ ਨੂੰ ਵੇਖ ਕੇ ਹੱਥ ਲਕੋਲੇ ਪਿੱਛੇ, ਵੀ ਮਰਦ ਨੂੰ ਪਤਾ ਹੀ ਨਾ ਲੱਗੇ ਵੀ ਸਿੱਖ ਦੇ ਹੱਥ ਲਿਪੜੇ ਹੋਏ ਆ।
पर वेखो मन करके तन करके लंगर की सेवा च आपा झुकिया होया है। कोई नहीं सी पता कौन की करदा है, कौन दाल बनाउंदा है, कौन भांडे मांजदा है, वो अपने मगन रहिंदे ने प्यार विच। सतगुरां नूं वेख एकदम परात कोल उठे ने भाई हिंदाल, दौड़ के नेड़े आ गए। पृष्ठ हाथ तर बंधन कीनी, लगे ना माटे करो चीनी। ਜਿਹੜੇ ਸਤਿਗੁਰੂ ਨਿਤ ਚੇਤੇ ਕਰਦੇ ਸੀ, ਕਦੇ ਭਾਈ ਹਿੰਦਾਲ ਬੇਪਰਵਾਹ ਨਾ ਗਏ। ਅੱਜ ਉਹ ਰੱਬ ਆਪ ਆਇਆ ਨਾ ਚੱਲ ਕੇ ਜਦੋਂ ਲੰਗਰ ਹਾਲ ਵਿੱਚ, ਤੇ ਭਾਈ ਹਿੰਦਾਲ ਭੱਜ ਕੇ ਮੱਥਾ ਟੇਕਣ ਲੱਗੇ। ਹੁਣ ਹੱਥ ਲਾਉਣ ਤੇ ਗੁਰੂ ਸਾਹਿਬ ਦੇ ਸੋਹਣੇ ਜੋੜੇ, ਖੜਾਮ ਲੱਕੜ ਦੀ, ਸੋਹਣੇ ਚਰਨ ਆਟੇ ਨਾਲ ਭਰ ਜਾਣਗੇ, ਕਿਉਂਕਿ ਪਾਣੀ ਪਾਇਆ ਸੀ ਤਾਜ਼ਾ ਆਟੇ 'ਚ। ਉਹ ਸਿੱਖ ਨੇ ਸੋਚਿਆ ਮਨਾ ਮੇਰਿਆ, ਸਤਿਗੁਰਾਂ ਦੇ ਚਰਨਾਂ ਨੂੰ ਮੈਂ ਲਵੇੜਨਾ ਨਹੀਂ। ਕਹਿੰਦੇ ਮੱਥਾ ਟੇਕਣ ਲੱਗੇ, ਦੋਨੇ ਹੱਥ ਪਿੱਠ ਪਿੱਛੇ ਕਰ ਲਏ ਜੀ, ਜਿਵੇਂ ਆਪਾਂ ਕਈ ਵਾਰ ਹੱਥ ਪਿੱਛੇ ਕਰ ਲੈਂਦੇ ਆ। ਭਾਈ ਹਿੰਦਾਲ ਨੇ ਹੱਥ ਪਿੱਛੇ ਕਰਕੇ ਨਾ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਤਾ, ਮੱਥਾ ਟੇਕਤਾ। ਗੁਰੂ ਰਾਮਦਾਸ ਪਾਤਸ਼ਾਹ ਨੇ ਵੇਖਿਆ ਵੀ ਸਿੱਖ ਨੇ ਨਮਸਕਾਰ ਵੀ ਕੀਤੀ, ਮਰਦ ਖੜੇ ਰਹੇ, ਪਿਆਰ ਬਹੁਤ ਕਰਦੇ ਆ, ਪ੍ਰੇਮ ਦੇ ਭਿੱਜੇ ਦਰਸ਼ਨ ਕਰਨ ਰੱਬ ਸਿੱਖ ਦੇ ਆਇਆ। ਸਿੱਖੀ ਹੋਵੇ ਐਸੀ ਤੇ ਕੋਈ ਵਿਰਲਾ ਹੀ ਕਮਾਉਂਦਾ ਭਾਈ। ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਭਾਈ ਹਿੰਦਾਲ ਨੂੰ ਵੇਖਿਆ, ਨੇਤਰ ਭਰ ਆਏ ਸੀ ਸਤਿਗੁਰਾਂ ਦੇ। ਸਿੱਖਾ ਸੇਵਾ ਛੱਡ ਕੇ ਆ ਗਏ, ਗੁਰੂ ਨੂੰ ਵੇਖ ਆਪਾ ਵਿਸਾਰ ਗਿਆ ਏ। ਤਬ ਤੇ ਬਖਸ਼ ਗੁਰੂ ਕੀ ਭਈ, ਪ੍ਰਿਸ਼ਟ ਹਾਥ ਧਰ ਬੰਧਨ ਕਰੀ। ਸਤਿਗੁਰਾਂ ਨੇ ਮਸਤਕ ਨਹੀਂ ਵੇਖਿਆ, ਵੇਖਦੇ ਰਹੇ ਚਰਨਾਂ ਤੇ ਸਿਰਾਂ ਤੇ ਹੱਥ ਆਟੇ ਨਾਲ ਲਿਬੜੇ ਪਿੱਛੇ ਨੇ, ਪਿੱਠ ਤੇ ਰੱਖੇ ਹੋਏ ਆ। ਨਮਸਕਾਰ ਗੁਰੂ ਸਾਹਿਬ ਦੇ ਚਰਨਾਂ ਤੇ ਹੋ ਰਹੀ ਹੈ। ਗੁਰੂ ਰਾਮਦਾਸ ਮਹਾਰਾਜ ਬੈਠ ਗਏ, ਸਹਾਰਾ ਦੇ ਕੇ ਭਾਈ ਹਿੰਦਾਲ ਨੂੰ ਆਪ ਉਠਾਇਆ, ਵਰ ਦੇਣ ਲੱਗੇ ਨੇ। ਕਹਿੰਦੇ ਭਾਈ ਹਿੰਦਾਲ ਤੂੰ ਮੈਨੂੰ ਮੇਰੇ ਤੋਂ ਖੋਹ ਲਿਆ। ਆਖੋ ਸਤਨਾਮ। ਜਦ ਤੇਰੀ ਸੇਵਾ ਅੱਜ ਪ੍ਰਵਾਨ ਹੋਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ, ਮਹਾਰਾਜ ਕਹਿੰਦੇ ਮੰਗ ਕੁਛ। ਕਹਿੰਦੇ ਨਹੀਂ ਪਾਤਸ਼ਾਹ। ਹੱਥ ਨਹੀਂ ਸੀ ਜੋੜ ਸਕਦੇ, ਆਟੇ ਨਾਲ ਭਰੇ ਹੋਏ ਆ, ਪਿੱਛੋਂ ਹੀ ਹੱਥ ਜੋੜੇ ਹੋਏ ਆ। ਕਹਿੰਦੇ ਨਹੀਂ ਪਾਤਸ਼ਾਹ। ਜਿਵੇਂ ਮੰਨ ਲਓ ਕਿੱਦਾਂ ਕਿਸੇ ਨੇ ਕੋਈ ਮਾੜਾ ਕੰਮ ਕੀਤਾ, ਲੋਕੀ ਹੱਥ ਪਿੱਛੇ ਬੰਨ੍ਹ ਦਿੰਦੇ ਆ ਨਾ, ਪਿੱਛੇ ਬੰਨ੍ਹ ਕੇ, ਜਾਂ ਕੋਈ ਆਫੀਸਰ ਖੜਾ ਹੋਵੇ ਤੇ ਆਪਾਂ ਪਿੱਛੇ ਹੱਥ ਕਰਕੇ ਖੜ ਜਾਂਦੇ ਆ ਵੱਡਿਆਂ ਦੇ ਸਾਹਮਣੇ, ਇੱਦਾਂ ਸੀ। ਪਰ ਭਰੇ ਆਟੇ ਨਾਲ ਆਟਾ ਲੱਗਿਆ, ਕਿਲੋ ਦੇ ਹਿਸਾਬ ਨਾਲ ਆਟਾ ਲੱਗਿਆ, ਹੱਥਾਂ ਨੂੰ ਜੁੜਿਆ ਹੋਇਆ। ਗੁਰੂ ਰਾਮਦਾਸ ਮਹਾਰਾਜ ਕੋਲ ਬਹਿ ਕੇ ਪਤਾ ਕੀ ਕਹਿੰਦੇ, ਸਿਰ ਤੇ ਹੱਥ ਰੱਖ ਕੇ ਕਹਿੰਦੇ ਭਾਈ ਹਿੰਦਾਲ ਤੇਰਾ ਇੱਕ ਪੰਥ ਚੱਲੇਗਾ। ਤੇਰੇ ਪੰਥ ਵਿੱਚ ਜਿਹੜੇ ਤੇਰੇ ਸੇਵਕ ਹੋਣਗੇ, ਕਹਿਤਾ ਨਾ ਤੇਰੇ ਮੇਰੇ 'ਚ ਫਰਕ ਕੋਈ ਨਹੀਂ। ਕਹਿੰਦੇ ਜਦ ਵੀ ਮੱਥਾ ਟੇਕਿਆ ਕਰਨਗੇ ਹੱਥ ਪਿੱਛੇ ਕਰਕੇ ਟੇਕਣਗੇ। ਆਖੋ ਸਤਨਾਮ। ਵਰ ਦਿੱਤਾ ਗੁਰੂ ਸਾਹਿਬ ਨੇ ਭਾਈ ਹਿੰਦਾਲ ਜੀ ਨੂੰ। ਉਹਦੀ ਸੇਵਾ ਵੇਖ, ਉਹਦਾ ਪ੍ਰੇਮ ਵੇਖ ਕੇ। ਇਹ ਕੀ ਸੰਤਤ ਮਿਹ ਜੋ ਹੋਏ, ਹਾਥ ਪ੍ਰਿਸ਼ਟ ਧਰ ਬੰਧੈ ਸੋਏ। ਤੇ ਗੁਰੂ ਰਾਮਦਾਸ ਮਹਾਰਾਜ ਨੇ ਉਦੋਂ ਬੜੇ ਵਰ ਦਿੱਤੇ ਸੀ, ਭਾਈ ਹਿੰਦਾਲ ਜਿਹੜਾ ਤੈਨੂੰ ਚੇਤੇ ਕਰੂ ਕਦੇ ਉਸ ਰਸੋਈ ਘਰ ਵਿੱਚ ਘਾਟ ਨਹੀਂ ਆਉਣੀ, ਸਦਾ ਬਰਕਤਾਂ ਰਹਿਣਗੀਆਂ। ਆਖੋ ਸਤਨਾਮ। ਤੇ ਭਾਈ ਹਿੰਦਾਲ ਦੀ ਕੁੱਲ ਵਿੱਚ ਅੱਜ ਵੀ ਜਦੋਂ ਮੱਥਾ ਟੇਕਦੇ ਹੱਥ ਜੋੜ ਕੇ ਨਹੀਂ ਟੇਕਦੇ, ਹੱਥ ਪਿੱਛੇ ਕਰਕੇ ਟੇਕਦੇ ਆ। ਤੇ ਜਿਹੜੇ ਪੁਰਾਤਨ ਗੁਰੂ ਘਰ ਨੇ, ਨਿਹੰਗ ਸਿੰਘਾਂ ਦੇ ਅਸਥਾਨ ਨੇ, ਭਾਈ ਹਿੰਦਾਲ ਜੀ ਦੀ ਤਸਵੀਰ ਹਰ ਗੁਰੂ ਘਰ ਦੇ ਲੰਗਰ ਹਾਲ ਵਿੱਚ ਲੱਗੀ ਹੈ। ਤੇ ਜਿਹੜੇ ਪੁਰਾਤਨ ਗੁਰਸਿੱਖ ਨੇ ਪਿਆਰ ਵਾਲੇ, ਉਹ ਭਾਵੇਂ ਕੈਨੇਡਾ ਰਹਿੰਦੇ ਆ, ਆਸਟ੍ਰੇਲੀਆ ਰਹਿੰਦੇ ਆ, ਉਹਨਾਂ ਆਪਣੀ ਕਿਚਨ ਵਿੱਚ ਉਹ ਤਸਵੀਰ ਲਾਈ ਹੋਈ ਹੈ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭਾਈ ਹਿੰਦਾਲ ਉੱਦਾਂ ਹੀ ਹੱਥ ਲਿਬੜੇ ਮੱਥਾ ਟੇਕਦੇ ਆ। ਕੋਸ਼ਿਸ਼ ਕਰੋ ਤੁਹਾਨੂੰ ਤਸਵੀਰ ਮਿਲੇ ਤੇ ਆਪਣੇ ਘਰ ਲਾਓ। ਮੈਂ ਥੋੜ੍ਹੇ ਦਿਨ ਪਹਿਲਾਂ ਕੱਲ੍ਹ ਪਰਸੋਂ ਹੀ ਗਰੁੱਪ ਦੇ ਵਿੱਚ ਪੋਸਟ ਕੀਤੀ ਸੀ ਵੀ ਚਲੋ ਸੰਗਤਾਂ ਲਾਹਾ ਲੈ ਲੈਣ। ਭਾਈ ਹਿੰਦਾਲ ਜੀ ਮੱਥਾ ਟੇਕ ਰਹੇ ਆ ਗੁਰੂ ਰਾਮਦਾਸ ਪਾਤਸ਼ਾਹ ਨੂੰ, ਤੇ ਸਤਿਗੁਰਾਂ ਨੇ ਵਰ ਦਿੱਤਾ ਸੀ ਭਾਈ ਹਿੰਦਾਲ ਤੇਰੀ ਕੁੱਲ, ਤੇਰੀ ਸੰਗਤ ਪਿੱਛੇ ਹੱਥ ਕਰ ਮੱਥਾ ਟੇਕਿਆ ਕਰੂਗੀ। ਤੇਰੀ ਇਹ ਭਾਵਨਾ ਤੇਰੇ ਸਿੱਖਾਂ ਵਿੱਚ ਵੀ ਪ੍ਰਵਾਨ ਹੋਏਗੀ। ਅਬ ਤੱਕ ਹੈ ਤਿੰਨ ਕੇ ਇਹ ਚਾਲੇ, ਬਖਸ਼ ਕਰੇ ਸ੍ਰੀ ਗੁਰ ਜਿਹੇ ਢਾਲੇ। ਕਵੀ ਜੀ ਆਖਣ ਲੱਗੇ ਮਨ ਭਰ ਕੇ, ਕਹਿੰਦੇ ਅੱਜ ਤੱਕ ਭਾਈ ਹਿੰਦਾਲ ਦੀ ਕੁੱਲ ਦੇ ਵਿੱਚ ਇਹ ਬਖਸ਼ਿਸ਼ਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਚੱਲੀਆਂ ਆਉਂਦੀਆਂ ਨੇ। ਤੇ ਬ੍ਰਹਮ ਗਿਆਨੀ ਸਿੱਖ ਹੋਏ ਨੇ ਭਾਈ ਹਿੰਦਾਲ। ਤੁਸੀਂ ਆਪ ਹਿਸਾਬ ਲਾ ਲਓ ਜੀ, ਜਿਹਦੇ ਦਰਸ਼ਨ ਕਰਨ ਰੱਬ ਆਪ ਆ ਰਿਹਾ ਹੈ ਲੰਗਰ ਵਿੱਚ, ਸਿੱਖ ਕਿੱਡਾ ਪੂਰਾ ਹੋਣਾ, ਕਿੰਨਾ ਮਹਾਨ ਹੋਣਾ।
क्योंकि तीजे पातशाह जी की हजूरी में आए सी भाई हिंदाल। जो सतगुर ज्योति जोत समा गए ना, बेशक गुरु रामदास महाराज उन्होंने समकाली सी, मित्रा वांगू सी, सेवा करते सी नाल। पर जिदन सतगुर गुरगद्दी ते बह गए ना, कदे नहीं भाई हिंदाल ने सोचिया भी तो साडे नाल ही सेवा करते सी, अज गुरु बन गए। निमरता वेखो किन्नी है। आ चीज़ ने गुरु रामदास पातशाह का मन मोह लिया सी। मर्द कहते रहिंदी दुनिया तक तेरी कुल, तेरा परिवार, तेरी संगत रहण गए सिख गुरु नानक घर दे, प्रवान भी होणगे, हथ पिछे करके मत्था टेकिया करनगे। कवि जी कहते मैं आप वेखिया परिवार उन्हां दा, आप वेखी संगत उन्हां दी मर्यादा है। वो जद भी मत्था टेकदे आ हथ पिछे करके टेकदे आ। बेशक भाई हंदाल जी की मजबूरी सी, उन्हां आटा गुन्निया, गुरु साहब आ गए, जे मर्द के चरणों स्पर्श करते, धरती ते हथ लाउंदे ते आटे नूं मिट्टी लग जानी सी। अगे कच्चे ते राह सी, कच्चियां थावां हुंदियां सी। हथ पिछे करके धरती भी बचा लई, गुरु दे चरण भी बचा लए, नमस्कार भी कर देती। मर्द कहती इन्ना सियाणा है तू, लोकी तैनूं कमला कहंदे आ। पर बर दिंदियां मर्द ने कहा जिथे तेरा नाम होएगा उथे टोट कदे नहीं आउणी। आखो सतनाम, धन 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 भाई हिंदाल। ऐसे गुरसिख होए ने गुरु साहब दे। कहंदे वो हिंदाल जी ने सारी जिंदगी सतगुरां दी सेवा की। मर्द कहंदे हुणी जा, तू सेवा नहीं करनी। क्यों? जदों तेरे ते मेरे च फर्क ही कोई नहीं रहा, तू रब रूप हो गया है, सेवा फिर किस दी करेगा? दोहरा तह की संतत के विखै, एक साकत पानीच। कवि जी कहते ऐसे महान महापुरख की संगत विच बड़े सिख पूरे हुए जीवन वाले भाई हिंदाल जी की संगत चो, इन्हां दी कुल विच इन्हां दे पुत पोते बड़े चंगे सी बंदगी वाले। कहते इन्हां दी कुल विचों ना एक नास्तिक पैदा हो गया, कंडा। ज्यो ज्यो चुभै चलै दुख पावै, जमकाल सह है सिर डंडा है। कई बार ना महापुरखां दियां कुलां दे विच भी पापी पैदा हो जाते हैं, हुंदे आए आ जी। कई बार पापियां दे घरे रब अपने भगत भेजदा है। हरनाक्ष दे घरे कौन आया सी? भगत प्रहलाद। बड़े बड़े पापियां दे घरे रब अपने प्यारे भेजदा। रब दे प्यारियां दे घरे नास्तिक भी जमदे आ। ये कोई अत कथनी नहीं है। बाबा प्रीति चंद जी बारे सुनिया, राम राय जी बारे सुनिया, धीरमल जी बारे सुनिया, रिश्तेदारी परिवार चो ही ने। की कीता उन्होंने? आ बड़भागे जड़े ने, बड़भागू कहते जिन्होंने, देहरादून वाले, उन्होंने बारे कौन नहीं जानता। की उन्होंने गुरु घर नाल नहीं कीता। थंब साहब साड़ दिता सी, गुरु ग्रंथ साहब के स्वरूप साड़ दिते सी, भूत लग गया कड्ढण जाके। गुरु घर दे विचों शराफे गए। ये वो लोग सी, गुलाब दे फुल थल्ले कंडा हुंदा है, कोई वड्डी गल नहीं। महापुरख भाई हिंदाल दी कुल परिवार विचों कहंदे एक साकत, साकत समझदे हो जी? भगतां ने साकत की बिरती किन्नी खोल के दसी हुई है। साकत बंदे दा परछावा भी माड़ा है। बाणी लिखदी है, कबीर साकत संग ना कीजिए, दूर हो जाइए भाग, बासन कारो परसिए, तो कछ लागे दाग। कहते साकत ऐसा है जैसी लसन की खान, कोने बैठे खाइए प्रगट होए निदान। दोने अमृत बचना विच भगत जी आखदे, कहते साकत बंदे दा संग ना करो, जे आ गया दूर भज जो वेख के, क्योंकि कोले दी खान विचों लंघोगे ना, जा काले बर्तन नूं टच करोगे, कपड़े जिन्ने मर्जी चिट्टे हुण काले होने ही होने आ। कोले दियां खदानां चों क्रॉस हो जो तुसी, काले हो जाणगे। पैंदे फिर साकत दा सुभाਅ है लसन वर्गा, थोम वर्गा, गारलिक वर्गा। लसन छिल लो जी, भैणां नूं पता है, 20 बार साबण नाल हाथ धो लो, लसन की स्मैल नहीं जाती। साकत ऐसा है जैसी लसन की खान, कोने बैठे खाइए प्रगट होए निदान। जिस बंदे ने लसन खादा है, गारलिक खादा ना, वो 2 बार ब्रश करके भी आज लोग किता भी कहते यार तेरे मूँह चों स्मैल आउंदी है, काहदी आ रही है? कहते जे कोने विच बह के छुप के भी खा लोगे पता लगदा लसन खादा होया है। कहते साकत बंदा धर्म की थां ते बह जे, धर्म की कुल च जम जे, धर्म का लिबास पा ले, धर्म की गल कर ले, कहते ओदी हालत काली खान वर्गी रहनी। आखो सतनाम। वो ऐसा साकत भाई हिंदाल दी कुल विच जम पिया। हुण साकत का संग नहीं करना चाहिए। साकत हुंदा किहो जा, वो कवि जी दस रहे आ, क्योंकि साकत पुरुषां ने धर्मियां दे बड़े नुकसान कीते आ।
ਕੀਤੇ ਨੇ, ਕਰ ਰਹੇ ਨੇ, ਕਰਦੇ ਰਹਿਣਗੇ। ਹੁਣ ਭਾਈ ਹਿੰਦਾਲ ਬੰਦਗੀ ਵਾਲੇ ਆ, ਨਾਮ ਜਪਣ ਵਾਲੇ ਆ, ਉਹਨਾਂ ਦੀ ਕੁੱਲ ਨਾਮ ਜਪਦੀ ਸੀ। ਕਹਿੰਦੇ ਅੱਗੋਂ ਇੱਕ ਸਾਕਤ ਇਹੋ ਜਿਹਾ ਜੰਮਿਆ, ਉਹ ਮੰਨਦਾ ਭਾਈ ਹਿੰਦਾਲ ਨੂੰ ਬਹੁਤ ਸੀ। ਕਹਿੰਦਾ ਲੈ ਸਾਡਾ ਦਾਦਾ ਪੜਦਾਦਾ ਵੱਡਾ ਸੀ, ਉਹਨੂੰ ਜ਼ਰੂਰ ਮੰਨਦਾ ਹੈ, ਪਰ ਕਹਿੰਦੇ ਈਰਖਾ ਕਰਦਾ ਸੀ। ਸਾਕਤ ਦੀ ਨਿਸ਼ਾਨੀ ਕੀ ਹੈ? ਸਾਕਤ ਦੇ ਅੰਦਰ ਸਾੜਾ ਹੋਏਗਾ, ਈਰਖਾ ਹੋਏਗੀ। ਕਹਿੰਦੇ ਇਸ ਸਾਕਤ ਪੁਰਸ਼ ਨੇ ਹਰ ਸਿੱਖ ਨਾਲ ਈਰਖਾ ਕੀਤੀ ਹੈ। ਸ੍ਰੀ ਨਾਨਕ ਇਤਿਹਾਸ ਜੋ ਆਵਾ ਤੇ ਕਰ ਵਿੱਚ। ਕਹਿੰਦੇ ਉਸ ਸਾਕਤ ਦੇ ਹੱਥ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆ ਗਿਆ, ਮਤਲਬ ਜਨਮ ਸਾਖੀ ਆ ਗਈ। ਪੜ੍ਹੀ ਉਹਨੇ ਜ਼ਰੂਰ। ਅੱਜ ਸਾਡੀ ਕੌਮ 'ਚ ਸਾਖਤਾਂ ਦੀ ਕਮੀ ਹੈ ਜੀ। ਰੋਜ਼ ਬਹਿ ਕੇ ਸਿੱਖੀ ਦੀਆਂ ਸਟੇਜਾਂ ਤੇ ਭੰਡਦੇ ਆ। ਸਿੱਖ ਤੇ ਪਹਿਲਾਂ ਨਹੀਂ ਸੀ ਇਕੱਠੇ ਹੁੰਦੇ, ਇਹਨਾਂ ਨੂੰ ਨਵਾਂ ਹੀ ਗਿਆਨ ਦੇਣ ਲੱਗ ਪਏ। ਕਹਿੰਦੇ ਆਹ ਗਿਆਨ ਗੁਰੂ ਹੁੰਦਾ, ਫਲਾਣਾ ਹੁੰਦਾ, ਗੁਰੂ ਗ੍ਰੰਥ ਸਾਹਿਬ ਜਰੀਆ ਨੇ, ਫਲਾਣਾ ਇਹ ਹੈ ਬੂਆ। ਇਹ ਕੌਣ ਨੇ? ਇਹ ਉਹ ਸਾਕਤ ਨੇ ਜਿਨ੍ਹਾਂ ਦੀ ਇੱਕ ਵਾਰ ਵੀ 5 ਮਿੰਟ ਬਹਿ ਕੇ ਸੁਣ ਲਓਗੇ, ਗੁਰੂ ਕੋਲ ਬਹਿ ਕੇ ਸ਼ਰਧਾ ਨਹੀਂ ਬਣਨੀ। ਫਿਰ ਟੁੱਟੇ ਹੋਏ ਬੰਦੇ ਨੂੰ ਜਦੋਂ ਵੇਖੋਗੇ ਨਾ, ਉਹ ਸਿਰਫ ਆਪਣੇ ਖਾਣ ਪੀਣ ਪਹਿਨਣ ਤੱਕ ਮਤਲਬ ਰੱਖਦਾ, ਉਹਨੂੰ ਰੱਬ ਨਾ ਰੱਬ ਦੇ ਘਰ ਤੱਕ ਕੋਈ ਮਤਲਬ ਨਹੀਂ ਹੁੰਦਾ। ਕਹਿੰਦੇ ਜੀ ਧਰਮ ਦੀ ਪੋਥੀ ਪੜ੍ਹੀ, ਜਦੋਂ ਸਾਕਤ ਨੇ ਪੜ੍ਹੀ ਨਾ, ਸਾਕਤ ਮਤਲਬ ਪਾਪੀ ਬੰਦਾ, ਭਾਈ ਹਿੰਦਾਲ ਦੀ ਕੁੱਲ ਚੋਂ, ਉਹਨੂੰ ਗੁੱਸਾ ਚੜ੍ਹੇ ਇੱਕ ਲੱਥੇ। ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹ ਕੇ ਦੱਸੋ। ਹੁਣ ਤੁਸੀਂ ਕਥਾ ਸੁਣਦੇ ਹੋ, ਅੱਖਾਂ ਭਰ ਆਉਂਦੀਆਂ ਨੇ ਨਾ। ਕਈ ਗੁਰਮੁਖ ਪਿਆਰੇ ਮੈਂ ਵੇਖਿਆ ਅੱਜ ਵੀ ਅਥਰੂ ਕੇਰਦੇ ਸੀ, ਮਨ ਭਰਿਆ ਹੋਇਆ ਸੀ। ਤੇ ਕੋਈ ਇਹੋ ਜਿਹਾ ਤੁਹਾਡੇ 'ਚ ਹੈ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਕੇ ਗੁੱਸਾ ਆ ਜੇ ਵੀ ਲੈ ਬਾਬਾ ਨਾਨਕ ਕੌਣ ਹੁੰਦਾ ਓਏ? ਹੈ ਕੋਈ ਇਹੋ ਜਿਹਾ? ਨਹੀਂ ਨਾ। ਤੁਹਾਡੇ 'ਚ ਛੱਡੋ, ਲੱਖਾਂ 'ਚ ਵੀ ਕੋਈ ਇਹੋ ਜਿਹਾ ਨਹੀਂ ਹੋਣਾ ਜੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਸੁਣ ਕੇ ਬਰਦਾਸ਼ਤ ਨਾ ਕਰੇ। ਤੇ ਜਿਹਦੇ ਅੰਦਰ ਇਹ ਕੁਝ ਹੋਇਆ, ਓਏ ਕਿੰਨੇ ਮਾੜੇ ਕਰਮ ਹੋਣੇ, ਆਖੋ ਸਤਨਾਮ। ਕਹਿੰਦੇ ਜਦੋਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਪੜ੍ਹੀ ਨਾ, ਗੁਰੂ ਨਾਨਕ ਸਾਹਿਬ ਦੀ ਮਹਿਮਾ, ਉਹਦਾ ਤਨ ਮਨ ਸੜ ਗਿਆ। ਚੌਪਈ ਗੁਰ ਅੰਗਦ ਜੀ ਜੋ ਲਿਖਵਾਏ, ਬਹੁ ਨ ਲਿਖੀ ਰਹੀ ਇੱਕ ਥਾਏ। ਹੁਣ ਜੋ ਗੁਰੂ ਅੰਗਦ ਦੇ ਪਾਤਸ਼ਾਹ ਨੇ ਜਨਮ ਸਾਖੀ ਲਿਖਵਾਈ ਸੀ, ਉਹ ਸਿਰਫ ਇੱਕੋ ਹੀ ਹੋ ਸਕਦੀ ਆ ਨਾ। ਇੱਕ ਸਮੇਂ ਇੱਕ ਬੁੱਕ ਲਿਖੀ ਜਾ ਸਕਦੀ, ਉਹਦੇ ਉਤਾਰੇ ਜਿੰਨੇ ਮਰਜ਼ੀ ਕਰਾ ਲਓ, ਕਾਪੀ ਜਿੰਨੀ ਮਰਜ਼ੀ ਕਰ ਲਓ, ਲਿਖੀ ਤੇ ਇੱਕ ਜਾਂਦੀ ਹੈ ਨਾ। ਕਹਿੰਦੇ ਭਾਈ ਬਾਲਾ ਜੀ ਨੇ ਜੋ ਇੱਕ ਲਿਖੀ ਸੀ, ਲਿਖਵਾਈ ਸੀ ਗੁਰੂ ਅੰਗਦ ਦੇ ਪਾਤਸ਼ਾਹ ਨੇ, ਉਹੀ ਪੋਥੀ ਆ ਗਈ ਸੀ ਇਹਨਾਂ ਦੇ ਹੱਥ। ਆਈ ਕਿਵੇਂ? ਭਾਈ ਹਿੰਦਾਲ ਤੇ ਸਤਿਗੁਰ ਇੰਨੇ ਪ੍ਰਸੰਨ ਹੋਏ। ਜਾਨ ਤੋਂ ਵੱਧ ਕੇ ਪਿਆਰੀ ਵਸਤੂ ਸੀ ਇਤਿਹਾਸ ਦੀ ਪੋਥੀ। ਗੁਰੂ ਰਾਮਦਾਸ ਪਾਤਸ਼ਾਹ ਨੇ ਉਹਨੂੰ ਸੌਂਪ ਦਿੱਤੀ ਸੀ। ਦੇਖੋ ਕਿੰਨਾ ਪਿਆਰ ਹੋਊਗਾ ਜਿਹਨੂੰ ਵੱਡੇ ਸਤਿਗੁਰਾਂ ਦੀ ਮਹਿਮਾ ਸੌਂਪਤੀ ਹੋਵੇ ਪੋਥੀ 'ਚ। ਕਿੰਨਾ ਇਹ ਸ਼ਬਦ ਕਹਿਣ ਤੋਂ ਬਾਹਰ ਨੇ। ਕਈ ਵਾਰ ਨਾ ਇੱਥੇ ਆ ਕੇ ਜ਼ੁਬਾਨ ਕੰਬ ਜਾਂਦੀ ਵੀ ਕੀ ਬੋਲੀ ਉਹਨਾਂ ਬਾਰੇ, ਏਡੇ ਮਹਾਨ ਰੂਹਾਂ ਬਾਰੇ। ਜਦੋਂ ਉਹ ਧਰਮ ਦੀ ਪੋਥੀ ਭਾਈ ਹਿੰਦਾਲ ਦੇ ਘਰ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਾਂਗ ਪੂਜਦਾ ਸੀ ਉਸ ਪੋਥੀ ਨੂੰ, ਕਿਉਂਕਿ ਉਦੋਂ ਸ਼ਬਦ ਗੁਰੂ ਦਾ ਰੁਤਬਾ ਬੇਸ਼ੱਕ ਸੀ ਪਰ ਆਕਾਰ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਦਿ ਗ੍ਰੰਥ ਨਹੀਂ ਸਨ ਉਦੋਂ ਇਸ ਰੂਪ ਦੇ ਵਿੱਚ। ਕਹਿੰਦੇ ਉਹਨੇ ਗੁਰਬਾਣੀ ਰੂਪ ਸਮਝ ਕੇ ਭਾਈ ਬਾਲਾ ਜੀ ਦੀ ਪੋਥੀ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ। ਹੁਣ ਜੇ ਮੰਨ ਲਓ ਆਪਾਂ ਇਸ ਪੋਥੀ ਨੂੰ ਮੱਥਾ ਟੇਕਦੇ, ਕੀ ਮਾੜਾ ਜਿਸ ਪੋਥੀ ਵਿੱਚ ਸਾਡੇ ਸਤਿਗੁਰਾਂ ਦੀ ਮਹਿਮਾ ਲਿਖੀ ਹੈ, ਇੰਨਾ ਪਿਆਰ ਭਰਿਆ ਹੈ। ਪੋਥੀ ਘੱਟ ਹੈ, ਉਹ ਤੇ ਰੱਬ ਦਾ ਰੂਪ ਹੈ। ਕਹਿੰਦੇ ਇਸ ਪਾਪੀ ਨੇ ਜਦੋਂ ਪੋਥੀ ਪੜ੍ਹੀ, ਵੇਖਿਆ ਵੀ ਸਾਡੇ ਘਰੇ ਪੋਥੀ ਨੂੰ ਪਲੰਘੇ ਤੇ ਰੱਖਿਆ, ਇੰਨਾ ਸਤਿਕਾਰ ਕਰਦੇ ਆ, ਸਾਡੇ ਵੱਡ ਵਡੇਰੇ ਧੂਫਾਂ ਦਿਖਾਉਂਦੇ ਆ, ਮੱਥਾ ਟੇਕਦੇ ਆ। ਉਹ ਕਹਿੰਦਾ ਇੱਦਾਂ ਨਹੀਂ ਹੋ ਸਕਦਾ। ਉਹਦੇ ਮਨ 'ਚ ਇਹ ਸੀ ਵੀ ਜਿਹੜਾ ਸਾਡਾ ਵੱਡਾ ਭਾਈ ਹਿੰਦਾਲ ਆ ਨਾ, ਮਾਫ਼ ਕਰਿਓ, ਕਹਿਣ ਦਿਓ ਜੀ, ਮੈਂ ਫਿਰ ਮਾਫ਼ੀ ਮੰਗਾ ਗੁਰੂ ਸਾਹਿਬ ਤੋਂ। ਇਹ ਸ਼ਬਦ ਨੇ। ਉਹ ਕਹਿੰਦਾ ਬਾਬਾ ਨਾਨਕ, ਗੁਰੂ ਨਾਨਕ ਸਾਡੇ ਭਾਈ ਹਿੰਦਾਲ ਤੋਂ ਵੱਡਾ ਕਿਵੇਂ ਹੋ ਗਿਆ? ਆਖੋ ਸਤਨਾਮ। ਸਾਕਤ ਪਾਪੀ ਦੇ ਮਨ ਵਿੱਚ ਇਹ ਪਾਪ ਤੇ ਈਰਖਾ ਆ ਗਈ ਵੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਵੱਡਿਆਂ ਦਾ ਸਤਿਕਾਰ ਕੀਤਾ, ਉਹ ਗੁਰੂ ਸਾਹਿਬ ਤੇ ਆਪ ਮਿਲਣ ਆਉਂਦੇ ਸੀ। ਦੇਖੋ ਗੱਲ ਕੀ ਸੀ ਇਹ, ਜਿਹਨੂੰ ਮਿਲਣ ਆਏ ਉਹਨੇ ਤੇ ਕਦੇ ਨਹੀਂ ਕਿਹਾ ਵੀ ਮੈਨੂੰ ਮਰਦ ਮਿਲਣ ਆਉਂਦੇ ਰਹੇ ਆ। ਅੱਗੇ ਪੁੱਤ ਪੋਤੇ ਪੂਛ ਨਾ ਛੱਜ ਬੰਨੀ ਫਿਰਦੇ ਆ ਵੀ ਜੇ ਸਾਡਾ ਵੱਡਾ ਸੀ ਤਾਈਓ ਮਰਦ ਮਿਲਦਾ ਸੀ। ਇਹ ਤੇ ਹੁਣ ਆਪਣੀ ਸੋਚ ਦੀ ਗੱਲ ਆ ਨਾ। ਕੋਈ ਤੁਹਾਡੀ ਇੱਜ਼ਤ ਕਰੇ, ਕੋਈ ਤੁਹਾਡਾ ਸਤਿਕਾਰ ਕਰੇ, ਤੁਸੀਂ ਆਖੋ ਵੀ ਲੈ ਇਹਨੂੰ ਕੋਈ ਲੋੜ ਹੋਣੀ ਤਾਂ ਤੁਰਿਆ ਫਿਰਦਾ ਸਾਡੇ ਪਿੱਛੇ। ਤੁਹਾਡੀ ਬੇਵਕੂਫੀ ਹੈ, ਮੂਰਖਤਾ ਹੈ। ਕਹਿੰਦੇ ਉਸ ਪਾਪੀ ਦੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਸਾਡੇ ਭਾਈ ਹਿੰਦਾਲ ਨੂੰ ਐਡਾ ਵੱਡਾ ਰੁਤਬਾ ਐਵੇਂ ਥੋੜਾ ਮਿਲ ਗਿਆ। ਉਹ ਤੇ ਗੱਦੀ ਦੇ ਬਰਾਬਰ ਬੈਠਣ ਵਾਲੀ ਸੀ। ਕੀ ਉਸ ਮਹਾਂਪੁਰਖ ਨੇ ਸੋਚਿਆ ਹੋਣਾ ਕਦੇ
ਵੀ ਸਾਡੀ ਕੁਲ ਵਿੱਚ ਵੀ ਐਸਾ ਪਾਪੀ ਹੋਵੇਗਾ। ਇੱਕ ਕਬੀਰ ਬੰਸੀ ਮਿਲ ਤਾਹੀਂ, ਸੋ ਪੋਥੀ ਪੜ ਗੁਣ ਮਨ ਮਾਹੀ। ਕਹਿੰਦੇ ਇੱਕ ਇਸੇ ਤਰ੍ਹਾਂ ਭਗਤ ਕਬੀਰ ਦੇ ਪੰਥ ਵਿੱਚੋਂ ਜਿਹੜੇ ਕਬੀਰ ਪੰਥੀ ਹੋਏ, ਉਹਨਾਂ ਵਿੱਚੋਂ ਵੀ ਇੱਕ ਕਹਿੰਦੇ ਇਹੋ ਜਿਹਾ ਰੰਗੜ ਜੰਮ ਪਿਆ। ਅੱਗੋਂ ਵੱਡਿਆਂ ਦਾ ਕੋਈ ਕਸੂਰ ਨਹੀਂ। ਹੁਣ ਅੱਜ ਕੱਲ੍ਹ ਮਾਂ-ਬਾਪ ਕਈ ਵਾਰ ਗੁਰਸਿੱਖ ਹੁੰਦੇ ਆ ਤੇ ਬੱਚੇ ਦਾ ਸਿਰ ਕਿਹੋ ਜਿਹਾ ਹੁੰਦਾ, ਘੀਆ ਕੱਦੂ ਵਰਗਾ। ਹੁਣ ਮਾਪਿਆਂ ਦਾ ਜਿੱਥੇ ਮਾੜਾ ਮੋਟਾ ਕਸੂਰ ਹੈ ਉੱਥੇ ਜ਼ਿਆਦਾ ਤੇ ਇਹਨਾਂ ਦਾ। ਅੱਜ ਕੱਲ੍ਹ ਮਾਪਿਆਂ ਨੂੰ ਪੁੱਛਦਾ ਕੌਣ ਹੈ ਜੀ, ਜ਼ੀਰੋ ਵੈਲਿਊ ਹੈ। ਆਹ ਹਾਲ ਹੈ। ਜੇ ਕਹਿਣਗੇ ਕਹਿੰਦੇ ਘਰੋਂ ਬਾਹਰ ਚੱਲ ਬੁੜਿਆ, ਤੂੰ ਕੌਣ ਆ ਸਮਝਾਉਣ ਵਾਲਾ, ਇੰਨੀ ਕੀ ਇੱਜ਼ਤ ਹੈ। ਉਹ ਕਹਿੰਦੇ ਅਸੀਂ ਸਿਆਣੇ ਬੜੇ ਹੋ ਗਏ, ਸਮਝਦਾਰ ਬੜੇ ਹੋ ਗਏ। ਭਗਤ ਕਬੀਰ ਮਹਾਨ ਮਹਾਂਪੁਰਖ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦਾ ਰੁਤਬਾ ਮਿਲਿਆ ਹੋਇਆ ਹੈ, ਰੱਬ ਦਾ ਰੁਤਬਾ ਹੈ। ਕਹਿੰਦੇ ਉਹਨਾਂ ਦੀ ਕੁੱਲ ਵਿੱਚੋਂ ਵੀ ਇੱਕ ਚੱਲ ਪਿਆ, ਉਹ ਆਪਣੇ ਆਪ ਨੂੰ ਕਹਾਉਂਦੇ ਸੀ ਕਬੀਰ ਪੰਥੀ ਆ। ਪੰਥ ਚੱਲਦਾ ਭਗਤ ਕਬੀਰ ਦਾ, ਭਗਤ ਰਵਿਦਾਸ ਦਾ ਵੀ ਚੱਲਦਾ। ਚਲਾਈ ਜਾਣ ਦਿਓ, ਕੀ ਫਰਕ ਪੈਂਦਾ। ਪਰ ਜਿਹੜੇ ਸੱਚੇ ਆ ਨਾ, ਉਹ ਗੁਰੂ ਗ੍ਰੰਥ ਪਾਤਸ਼ਾਹ ਦੇ ਆ। ਉਹਨੇ ਵੀ ਨਾ ਜਦੋਂ ਸਤਿਗੁਰਾਂ ਦੀ ਮਹਿਮਾ ਪੜ੍ਹੀ, ਸਹਾਰੀ ਉਹ ਤੋਂ ਵੀ ਨਹੀਂ ਗਈ। ਉਹ ਕਹਿੰਦਾ ਸਾਡਾ ਬਾਬਾ ਕਬੀਰ ਵੱਡਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜੀਵਨ ਕਾਲ ਵਿੱਚ, ਯਾਦ ਰੱਖਿਓ, ਭਗਤ ਕਬੀਰ ਜੀ ਨੂੰ 2 ਵਾਰ ਮਿਲੇ ਆ ਇਤਿਹਾਸ ਦੇ ਮੁਤਾਬਕ, 2 ਵਾਰ ਮੁਲਾਕਾਤ ਹੋਈ ਹੈ। ਉਹ ਕਹਿੰਦੇ ਸਾਡੇ ਭਗਤ ਕਬੀਰ ਤੋਂ ਵੱਡਾ ਕੌਣ ਹੋ ਸਕਦਾ। ਇਹ ਕੰਮ ਅੱਜ ਵੀ ਚੱਲਦਾ ਹੈ। ਲੱਖ ਲੱਖ ਬਣੇ ਆ ਥਾਂ ਥਾਂ ਤੇ ਗੁਰਦੁਆਰੇ ਵੀ ਕਿਹੜੇ ਮੰਦਿਰ ਬਣ ਗਏ। ਰਵਿਦਾਸ ਟੈਂਪਲ ਕਿਤੇ ਭਗਤ ਕਬੀਰ ਜੀ ਦਾ ਬਣਾ ਲਿਆ, ਕਿਤੇ ਰਾਮਗੜੀਆਂ ਨੇ ਆਪਣਾ ਬਣਾ ਲਿਆ ਵੀ ਸਾਡਾ ਫਲਾਣਾ ਏ, ਉਹ ਬਣ ਗਿਆ। ਗੁਰਦੁਆਰੇ ਕਿੱਥੇ ਨੇ, ਰਹਿ ਗਏ ਕਿਤੇ। ਗੁਰਦੁਆਰੇ ਰਹਿ ਗਏ ਹੁਣ ਸਿੰਘ ਸਾਹਿਬ ਇਹ ਆਖੋ ਸਤਨਾਮ, ਉਹਨਾਂ ਦੇ ਆਹ ਨਾਂ ਰੱਖੇ ਗਏ। ਪੈ ਗਈਆਂ ਨਾ ਵੰਡੀਆਂ। ਗੁਰੂ ਸਾਹਿਬ ਨੇ ਸਾਰਿਆਂ ਭਗਤਾਂ ਨੂੰ ਭੱਟਾਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਬਿਠਾਇਆ ਸੀ, ਫੇਰ ਅਲੱਗ-ਅਲੱਗ ਕਰਤੇ। ਕਿੱਥੇ ਲੇਖਾ ਹੋਊ ਸਾਡਾ, ਕਿੱਥੇ ਬਖਸ਼ੇ ਜਾਵਾਂਗੇ। ਕਹਿੰਦੇ ਉਹ ਜੁਲਾਹਿਆਂ ਦੇ ਵਿੱਚ ਉਹ ਕਬੀਰ ਪੰਥੀਏ ਨੇ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਬਰਦਾਸ਼ਤ ਨਾ ਕੀਤੀ। ਉਹਨੇ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਕੱਟ ਕੇ ਭਗਤ ਕਬੀਰ ਦਾ ਲਿਖਣਾ ਸ਼ੁਰੂ ਕਰਤਾ। ਪ੍ਰਿਥੀ ਚੰਦ ਦੇ ਪੁੱਤ ਮਿਹਰਬਾਨ ਵਾਂਗੂ। ਸਮਾਂ ਸਮਾਪਤਾ ਜੀ, ਮਾਫ ਕਰਿਓ, ਉੱਪਰ ਹੋ ਰਿਹਾ। ਜਿਵੇਂ ਸਤਿਗੁਰ ਕਿਰਪਾ ਕਰਨਗੇ, ਕੱਲ ਪਰਸੋਂ ਆਉਣ ਵਾਲੇ ਦੀਵਾਨਾਂ ਵਿੱਚ ਇਹਨਾਂ ਪਾਵਨ ਪ੍ਰਸੰਗਾਂ ਦਾ ਆਨੰਦ ਮਾਣਾਂਗੇ।